बहुत क्लोज ने नवजोत ਸਿੰਘ ਸਿੱਧੂ ਤੁਹਾਡੇ? नहीं, मेरा चंगा दोस्त है। साहब ਨਾਲ मुलाकात हुई ਤੁਹਾਡੀ? हाँ बिल्कुल हुई। कितनी बार जाके जेल? मैं 2 वारी हुणी हफ्ता तक पहले गया। ਕੀ ਕਹਿੰਦੇ ਨੇ ਇਹ ਰਾਜਨੀਤੀ ਨੂੰ ਲੈ ਕੇ ਹੋਈ ਚਰਚਾ? मैं पिछले समय ਦੇ ਵਿੱਚ ਹੁਣ ਕਾਫੀ ਸਮਾਂ ਬਹੁਤਾ ਬੋਲਿਆ ਨਹੀਂ, ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ। ਮੈਂ ਕਿਹਾ ਲੈਟ them work। ਜਦੋਂ ਉਹ ਕੰਮ ਕਰਨਗੇ ਹੌਲੀ ਹੌਲੀ ਸਮਝ ਆਉਣ ਲੱਗ ਪਊਗੀ ਕਿ ਹਾਂ ਵੀ ਇਹ ਕਿਹੋ ਜਿਹਾ ਕੰਮ ਚਾਹੁੰਦੇ ਹੈਗੇ ਆ। ਜਿਹੜਾ ਸੋਸ਼ਲ ਮੀਡੀਆ ਤੇ ਜਾਂ ਬੀਜੇਪੀ ਵੱਲੋਂ ਇੱਕ ਪਰਸੈਪਸ਼ਨ ਪੱਪੂ ਵਾਲੀ ਬਣਾਈ ਗਈ ਰਾਹੁਲ ਦੀ, ਤੁਹਾਨੂੰ ਲੱਗਦਾ ਹੈ ਕਿ ਇਸ ਭਾਰਤ ਜੋੜੋ ਯਾਤਰਾ ਦੇ ਨਾਲ ਬਦਲ ਜਾਏਗੀ? ਮੈਨੂੰ ਲੱਗਦਾ ਇਹਦੇ ਨਾਲ ਬਿਲਕੁਲ ਬਦਲ। ਮੈਂ ਕੋਈ ਬਹੁਤ ਜ਼ਿਆਦਾ ਕਦੀ ਕਿਸੇ ਨੂੰ ਬਹੁਤ ਜ਼ਿਆਦਾ ਤਾਰੀਫ ਨਹੀਂ ਕਰਦਾ ਵੀ ਮੈਨੂੰ ਕਿਸੇ ਨੂੰ ਐਂ ਲੱਗੇ ਵੀ ਬੜੀ ਇਹ ਉਹ ਜੀ, ਕਿਉਂਕਿ ਲੀਡਰਾਂ ਦੀ ਨਾਰਮਲੀ ਚਮਚੀ ਲੋਕੀ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ। ਪਰ ਆਹ ਜਿਹੜਾ 3,500 ਕਿਲੋਮੀਟਰ, ਮੈਂ ਸਪੋਰਟਸ ਬੈਕਗਰਾਊਂਡ ਦਾ ਬੰਦਾ, ਪਰ ਇਹ ਦ੍ਰਿੜਤਾ ਤੋਂ ਬਿਨਾਂ ਨਹੀਂ ਹੋ ਸਕਦਾ। ਕਿਹੜੀਆਂ ਗਲਤੀਆਂ ਮੰਨਦੇ ਹੋ ਤੁਸੀਂ ਜਿਹੜੀਆਂ ਪੰਜਾਬ ਕਾਂਗਰਸ ਤੋਂ ਹੋਈਆਂ ਨੇ? 5-4 ਬੰਦੇ ਜਦੋਂ ਚੀਫ ਮਿਨਿਸਟਰ ਦੀ ਦੌੜ 'ਚ ਆ ਜਾਣ, ਇੱਕ ਪੰਜਾਬ ਨੂੰ ਮੈਨੂੰ ਲੱਗਦਾ ਜੇ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਹੋਇਆ ਨਾ ਪਿਛਲੇ ਸਮਿਆਂ ਦੇ ਵਿੱਚ ਵੀ, ਉਹ ਜਿਹੜੀ ਚੀਫ ਮਿਨਿਸਟਰ ਆਫ ਡੈਮੋਕ੍ਰੇਸੀ ਹੈ ਨਾ, ਉਹਦੇ ਨਾਲ ਹੋਇਆ। ਚੀਫ ਮਿਨਿਸਟਰ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ, ਚੀਫ ਮਿਨਿਸਟਰ ਕੋਈ ਰੱਬ ਨਹੀਂ ਹੁੰਦਾ, ਲੇਕਿਨ ਅਸਲੀ ਗੱਲ ਹੈ ਸਾਡੀ ਬਿਊਰੋਕ੍ਰੇਸੀ ਵੀ, ਸਾਡੀ ਪੋਲੀਟੀਕਲ ਕਲਾਸ ਵੀ ਉਹਨੂੰ ਇੱਦਾਂ ਮੰਨਣ ਲੱਗ ਪੈਂਦੇ ਵੀ ਸ਼ਾਇਦ ਹੁਣ ਇਹੀ ਸਿਰਾ ਆ। ਕੈਪਟਨ ਨੂੰ ਲਾਉਣਾ ਗਲਤੀ ਸੀ ਜਾਂ ਸਹੀ ਫੈਸਲਾ ਸੀ? ਬਿਲਕੁਲ ਸਹੀ ਫੈਸਲਾ ਸੀ, ਪਰ ਦੇਰ ਨਾਲ ਲਿਆ ਗਿਆ ਫੈਸਲਾ। 2 ਪਰਿਵਾਰ ਰਲ ਗਏ ਸੀ ਤੇ ਪੰਜਾਬ ਦੇ ਵਿੱਚ ਟਰੇਟਰ ਦੀ ਕੋਈ ਜਗ੍ਹਾ ਨਹੀਂ। ਜਾਖੜ ਨੂੰ ਲਾਉਣਾ ਔਰ ਸਿੱਧੂ ਨੂੰ ਪ੍ਰਧਾਨ ਬਣਾਉਣਾ ਇਹ ਠੀਕ ਸੀਗਾ ਜਾਂ ਗਲਤ ਫੈਸਲਾ ਸੀ? ਨਹੀਂ ਦੇਖੋ, ਸਿੱਧੂ ਨੂੰ ਉਦੋਂ ਮੇਰਾ ਖਿਆਲ 70-72 MLAs ਨੇ ਬੇਸਿਕਲੀ ਕਿਹਾ ਵੀ ਹਾਂ ਵੀ ਠੀਕ ਹੈ, ਇਹਨੂੰ ਪ੍ਰਧਾਨ ਬਣਾਉਣਾ ਚਾਹੀਦਾ ਤਾਂ ਕਿ ਅਗਲੀ ਵਾਰੀ ਪ੍ਰੋਜੈਕਸ਼ਨ ਹੋ ਜਾਵੇ। ਕਿਉਂਕਿ ਵੈਸੇ ਜਾਖੜ ਦਾ ਕੋਈ ਉਹਦੇ ਵਿੱਚ ਕਸੂਰ ਨਹੀਂ ਸੀਗਾ, ਕਸੂਰ ਤਾਂ ਸਾਰਾ ਕੈਪਟਨ ਅਮਰਿੰਦਰ ਸਿੰਘ ਦਾ ਸੀ। ਸਿੱਧੂ ਨੇ ਠੀਕ ਤਰੀਕੇ ਨਾਲ ਚਲਾਈ ਕਾਂਗਰਸ? ਨਹੀਂ ਦੇਖੋ, ਕਈ ਚੀਜ਼ਾਂ ਠੀਕ ਹੋਈਆਂ, ਕਈ ਦੇਖੋ ਹਰ ਬੰਦਾ ਵਿਕਰਮ ਜੀ ਕਦੀ ਵੀ ਕੰਪਲੀਟ ਨਹੀਂ ਹੁੰਦਾ। ਇਸ ਸਰਕਾਰ ਦੀ ਵੀ ਜੇ ਗੱਲ ਕਰ ਲਈਏ, ਠੀਕ ਆ, ਇਹ ਅੱਜ ਇਸ਼ਤਿਹਾਰ ਦੇ ਕੇ ਕਹਿੰਦੇ ਆ ਕਿ ਜੀ 85% ਜ਼ੀਰੋ ਬਿੱਲ ਆ ਗਏ, ਇੰਨੇ % ਜ਼ੀਰੋ ਬਿੱਲ ਆ ਗਏ। ਐਂਡ ਆਫ ਦਾ ਡੇ 19,000 ਕਰੋੜ ਰੁਪਈਏ ਦੀ ਸਬਸਿਡੀ ਆਲਮੋਸਟ ਹੋ ਗਈ ਆ, ਤੇ 19,000 ਕਰੋੜ ਰੁਪਈਆ ਆਉਣਾ ਕਿੱਥੋਂ ਆ? ਕਿੱਦਾਂ ਚੱਲੂਗਾ ਇਹ? ਕਿੰਨਾ ਕੁ ਚਿਰ ਚੱਲੂਗਾ? ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਕਾਂਗਰਸ ਸੈਂਟਰ ਚੋਂ ਆਊਟ ਹੁੰਦੀ ਹੈ ਔਰ ਉਸ ਤੋਂ ਬਾਅਦ ਹੌਲੀ ਹੌਲੀ ਕਈ ਸਟੇਟਾਂ ਚੋਂ ਆਊਟ ਹੋ ਜਾਂਦੀ ਹੈ। ਪੰਜਾਬ ਦੇ ਵਿੱਚ ਵੀ ਸਰਕਾਰ ਕਾਂਗਰਸ ਦੀ ਸੀ, ਕਪਤਾਨ ਨੂੰ ਲਾਇਆ ਜਾਂਦਾ ਹੈ, ਕਪਤਾਨ ਦੇ ਲਾਉਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਦੇ ਆ, ਪਰ ਇੱਥੋਂ ਵੀ ਸੱਤਾ ਚੋਂ ਬਾਹਰ ਹੋ ਜਾਂਦੀ ਹੈ ਕਾਂਗਰਸ। ਹੁਣ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕੱਢ ਰਹੇ ਨੇ, ਕਹਿੰਦੇ ਕਿ ਮੈਂ ਪੂਰੇ ਭਾਰਤ ਨੂੰ ਜੋੜਨਾ ਹੈ ਔਰ ਪੂਰਾ ਭਾਰਤ ਚੱਲ ਕੇ ਦੇਖਣਾ ਹੈ। ਔਰ ਇਸ ਨੂੰ ਦੇਖਦਿਆਂ ਹੋਇਆਂ ਹੀ, ਕਿਉਂਕਿ ਬਾਕੀ ਸਟੇਟਸ ਦੇ ਵਿੱਚੋਂ ਹੌਲੀ ਹੌਲੀ ਗੁਜ਼ਰਦੇ ਹੋਏ ਹੁਣ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚਣ ਜਾ ਰਹੀ ਹੈ। ਕਿਹੋ ਜਿਹੇ ਇੰਤਜ਼ਾਮ ਨੇ, ਕੀ ਹੋ ਰਿਹਾ ਹੈ, ਪੰਜਾਬ ਕਾਂਗਰਸ ਕਿੱਥੇ ਜੇ ਖੜੀ ਹੈ? ਕਿਉਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੇਲ੍ਹ ਚਲੇ ਗਏ, ਉਸ ਤੋਂ ਬਾਅਦ ਕਈ ਖੁਸ਼ ਹੋਏ, ਕਈਆਂ ਨੂੰ ਬਹੁਤ ਦੁੱਖ ਹੋਇਆ, ਔਰ ਜਿਨ੍ਹਾਂ ਨੂੰ ਦੁੱਖ ਹੋਇਆ ਉਹਨਾਂ ਦੇ ਵਿੱਚੋਂ ਇੱਕ ਸਰਦਾਰ ਪ੍ਰਗਟ ਸਿੰਘ ਵੀ ਨੇ ਜੋ ਜਲੰਧਰ ਕੈਂਟ ਤੋਂ ਵਿਧਾਇਕ ਨੇ ਔਰ ਬਹੁਤ ਅਜੀਜ਼ ਦੋਸਤ ਨੇ ਨਵਜੋਤ ਸਿੰਘ ਸਿੱਧੂ ਹੁਣਾਂ ਦੇ। ਤਮਾਮ ਚੀਜ਼ਾਂ ਨੂੰ ਲੈ ਕੇ ਚਰਚਾ ਕਰਾਂਗੇ ਕਿ ਆਖਰ ਪੰਜਾਬ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਹੈ, ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ, ਪੰਜਾਬ ਸਰਕਾਰ ਕਿੱਥੇ ਜੇ ਸਟੈਂਡ ਕਰ ਰਹੀ ਹੈ। ਪ੍ਰਗਟ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵਿਕਰਮ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਕਾਂਗਰਸ ਦਾ ਹਾਲ ਕੀ ਹੈ, ਕਿੱਥੇ ਜੇ ਖੜੀ ਹੈ ਕਾਂਗਰਸ? ਕਾਂਗਰਸ ਦੇ ਵਿੱਚ ਕਈ ਗਲਤੀਆਂ ਹੋਈਆਂ। ਮੈਨੂੰ ਲੱਗਦਾ ਉਹਨੂੰ, ਕਿਉਂਕਿ ਗਲਤੀਆਂ ਨੂੰ ਸੁਧਾਰ ਕੇ ਹੀ ਅੱਗੇ ਵਧਿਆ ਜਾ ਸਕਦਾ, ਔਰ ਮੈਨੂੰ ਲੱਗਦਾ ਕਿ ਹੌਲੀ ਹੌਲੀ ਇਹ ਗਲਤੀਆਂ ਜਿਹੜੀਆਂ ਸੁਧਰਨਗੀਆਂ ਔਰ ਇੱਕ ਚੰਗੀ ਜਿਹੜੀ ਪੰਜਾਬ ਕਾਂਗਰਸ ਦੀ ਟੀਮ ਹੈ ਉਹ ਉੱਭਰ ਕੇ ਜਿਹੜੀ ਉਹ ਸਾਹਮਣੇ ਆਊਗੀ। ਪ੍ਰਧਾਨ ਸਾਹਿਬ ਠੀਕ ਕੰਮ ਕਰ ਰਹੇ ਨੇ? ਆਰਗੇਨਾਈਜੇਸ਼ਨਲੀ ਯੈਸ, ਠੀਕ ਕੰਮ ਕਰ ਰਹੇ, ਪਰ ਬਿਆਨਾਂ ਨੂੰ ਲੈ ਕੇ ਕਈ ਵਾਰ ਨਿਸ਼ਾਨੇ ਤੇ ਆ ਜਾਂਦੇ ਆ। ਦੇਖੋ, ਹਰ ਬੰਦੇ ਦਾ ਡਿਫਰੈਂਸ ਆਫ ਓਪੀਨੀਅਨ, ਮੈਂ ਇਹ ਸਮਝਦਾ ਵੀ ਜਿਹੜਾ ਡਿਫਰੈਂਸ ਆਫ ਓਪੀਨੀਅਨ ਹੋਣਾ, ਇਹ ਇੱਕ ਜਿੰਦਾ ਡੈਮੋਕ੍ਰੇਸੀ ਜਿਹੜੀ ਉਹ ਝਲਕਦੀ ਉਹਦੇ 'ਚੋਂ। ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਵੀ ਕਈ ਵਾਰੀ ਕਈ ਪਾਰਟੀਆਂ 'ਚ ਕਈ ਬੰਦੇ ਕਹਿੰਦੇ ਵੀ ਦੇਖੋ ਜੀ ਬੜਾ ਡਿਸਪਲਿਨ ਆ, ਉਹ ਮੁਰਦਾ ਡੈਮੋਕ੍ਰੇਸੀ ਆ।
ਕਿਉਂਕਿ ਕੋਈ ਵੀ ਬੰਦਾ ਸੁਪਰ ਹਿਊਮਨ ਬੀਇੰਗ ਨਹੀਂ ਹੋ ਸਕਦਾ, ਉਹਨੂੰ ਟੀਮ ਬਣਾ ਕੇ ਹੀ ਅੱਗੇ ਤੁਰਨਾ ਪਊਗਾ। ਉਹ ਹੋ ਸਕਦਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਹੋਰ ਹੋਵੇ, ਮੇਰੇ ਜ਼ਹਿਨ ਦੇ ਵਿੱਚ ਕੁਛ ਹੋਰ ਹੋਵੇ, ਕਿਉਂਕਿ ਤੁਹਾਡਾ ਜ਼ਿੰਦਗੀ ਦਾ ਸਫ਼ਰ ਜਿਹੜਾ ਉਹ ਇੱਕ ਡਿਫਰੈਂਟ ਲੈਵਲ 'ਤੇ ਆ, ਮੇਰਾ ਇੱਕ ਜ਼ਿੰਦਗੀ ਦਾ ਡਿਫਰੈਂਟ ਲੈਵਲ 'ਤੇ ਆ। ਪਰ ਜਦੋਂ ਅਸੀਂ ਇੱਕ ਟੀਮ 'ਚ ਕੰਮ ਕਰਾਂਗੇ ਤਾਂ ਮੈਨੂੰ ਲੱਗਦਾ ਤੁਹਾਡੀ ਓਪੀਨੀਅਨ ਅਤੇ ਮੇਰੀ ਓਪੀਨੀਅਨ ਜਦੋਂ ਇਕੱਠੀ ਹੋਊਗੀ ਉਹਦੇ ਵਿੱਚੋਂ ਕੋਈ ਚੰਗੀ ਚੀਜ਼ ਨਿਕਲੂਗੀ। ਸੋ ਮੈਂ ਡੈਮੋਕ੍ਰੇਸੀ ਜਿਹੜੀ ਖਾਸ ਕਰਕੇ ਜਿਹੜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ ਸਭ ਤੋਂ ਮਾੜੀ ਗੱਲ ਜਿਹੜੀ ਮੈਨੂੰ ਲੱਗਦੀ ਆ, ਇੰਟਰਨਲ ਡੈਮੋਕ੍ਰੇਸੀ ਮੁੱਕ ਗਈ। ਇੱਕ ਪ੍ਰਧਾਨ ਬਣ ਜਾਂਦਾ ਜਾਂ ਇੱਕ ਚੀਫ ਮਿਨਿਸਟਰ ਬਣ ਜਾਂਦਾ, ਉਹ ਫਿਰ ਉਹਨੂੰ ਹੱਥ ਖੜੇ ਕਰਾਉਣ ਵਾਲੇ ਬੰਦੇ ਬੜੇ ਚੰਗੇ ਲੱਗਣ ਲੱਗ ਪੈਂਦੇ ਆ। ਯੈਸ ਮੈਨ। ਉਹ ਫਿਰ ਆਲੇ ਦੁਆਲੇ ਇੱਕ ਜਮਾਵੜਾ ਇਕੱਠਾ ਕਰ ਲੈਂਦੇ ਆ। ਉਹ ਬੰਦਾ ਤਾਂ ਬੰਦਾ ਹੀ ਹੁੰਦਾ, ਉਹ ਫਿਰ ਕਈ ਵਾਰੀ ਫੂਕ ਛਕ ਜਾਂਦਾ। ਉਹ ਇਹ ਕਹਿਣ ਲੱਗ ਪੈਂਦੇ ਵੀ ਨਾ ਜੀ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ। ਇੱਦਾਂ ਕੁਛ ਨਹੀਂ ਹੈਗਾ ਦੁਨੀਆ ਦੇ ਉੱਤੇ। ਜਦੋਂ ਤੁਸੀਂ ਕਿਸੇ ਵੀ ਸਿਸਟਮ ਤੋਂ ਬਾਹਰ ਹੁੰਦੇ ਆ ਦੈਨ ਯੂ ਰੀਅਲਾਈਜ਼ ਕਿ ਯਾਰ ਰਿਐਲਿਟੀ ਤਾਂ ਇਹੀ ਆ। ਪਰ ਮੈਂ ਬੀਇੰਗ ਏ ਸਪੋਰਟਸਮੈਨ, ਮੈਂ ਤਾਂ ਇਹ ਸਮਝਦਾ ਜੇ ਟੀਮ ਦਾ ਇੱਕ ਇੱਕ ਬੰਦਾ ਨਹੀਂ ਕੰਮ ਕਰਦਾ ਤੇ ਮੈਨੂੰ ਲੱਗਦਾ ਵੀ ਉਹ ਟੀਮ ਦੀ ਪਰਫਾਰਮੈਂਸ ਨਹੀਂ ਆ ਸਕਦੀ। ਐਂਡ ਸਿਮਿਲਰਲੀ ਚਾਹੇ ਉਹ ਪਾਰਟੀ ਆ, ਚਾਹੇ ਉਹ ਘਰ ਆ, ਚਾਹੇ ਉਹ ਆਰਗੇਨਾਈਜੇਸ਼ਨ ਆ, ਚਾਹੇ ਉਹ ਸੂਬਾ ਆ, ਚਾਹੇ ਉਹ ਦੇਸ਼ ਆ। ਸੋ ਇਸ ਕਰਕੇ ਸਾਨੂੰ ਐਜ਼ ਏ ਟੀਮ ਕੰਮ ਕਰਦੇ ਹੋਏ ਅੱਗੇ ਵਧਣ ਦੀ ਜ਼ਰੂਰਤ ਹੈਗੀ ਆ। ਕਿਹੜੀਆਂ ਗਲਤੀਆਂ ਮੰਨਦੇ ਹੋ ਤੁਸੀਂ ਜਿਹੜੀਆਂ ਪੰਜਾਬ ਕਾਂਗਰਸ ਤੋਂ ਹੋਈਆਂ ਨੇ? ਦੇਖੋ 5-4 ਬੰਦੇ ਜਦੋਂ ਚੀਫ ਮਿਨਿਸਟਰ ਦੀ ਦੌੜ 'ਚ ਆ ਜਾਣ ਨਾ, ਇੱਕ ਪੰਜਾਬ ਨੂੰ ਮੈਨੂੰ ਲੱਗਦਾ ਜੇ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਹੋਇਆ ਨਾ ਪਿਛਲੇ ਸਮਿਆਂ ਦੇ ਵਿੱਚ ਵੀ, ਉਹ ਜਿਹੜੀ ਚੀਫ ਮਿਨਿਸਟਰ ਆਫ ਡੈਮੋਕ੍ਰੇਸੀ ਆ ਨਾ ਉਹਦੇ ਨਾਲ ਹੋਇਆ। ਚੀਫ ਮਿਨਿਸਟਰ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ, ਚੀਫ ਮਿਨਿਸਟਰ ਕੋਈ ਰੱਬ ਨਹੀਂ ਹੁੰਦਾ, ਲੇਕਿਨ ਅਸਲੀ ਗੱਲ ਹੈ ਸਾਡੀ ਬਿਊਰੋਕ੍ਰੇਸੀ ਵੀ, ਸਾਡੀ ਪੋਲੀਟੀਕਲ ਕਲਾਸ ਵੀ ਉਹਨੂੰ ਇੱਦਾਂ ਮੰਨਣ ਲੱਗ ਪੈਂਦੇ ਵੀ ਸ਼ਾਇਦ ਹੁਣ ਇਹੀ ਸਿਰਾ ਆ। ਇਹ ਸਿਰਾ ਨਹੀਂ ਹੁੰਦਾ। ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ, ਇਹਨੂੰ ਟੀਮ ਬਣਾਓ। ਟੀਮ ਮੰਨ ਲਓ ਇੱਕ ਛੋਟਾ ਜਿਹਾ ਚੈਨਲ ਵੀ ਚਲਾਉਣਾ ਹੋਵੇ ਨਾ, ਹਰ ਬੰਦੇ ਦੀ ਇੰਪੋਰਟੈਂਸ ਆ। ਕੈਮਰੇਮੈਨ ਦੀ ਆਪਣੀ ਇੰਪੋਰਟੈਂਸ ਆ, ਐਂਕਰ ਦੀ ਆਪਣੀ ਇੰਪੋਰਟੈਂਸ ਆ, ਟੈਕਨੀਕਲ ਟੀਮ ਦੀ ਆਪਣੀ ਇੰਪੋਰਟੈਂਸ ਆ। ਸੋ ਇਹ ਕਿੱਦਾਂ ਹੋ ਸਕਦਾ ਵੀ ਇੱਕ ਸੁਪਰ ਹਿਊਮਨ ਬੀਇੰਗ ਬਣ ਜਾਵੇ ਤਾਂ ਉਹ ਕਵੇ ਮੈਂ ਸਾਰਾ ਕੁਝ ਚਲਾ ਦੂੰਗਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਆਪਣਾ ਮਾਈਂਡ ਸੈੱਟ ਬਦਲਣ ਦੀ ਜ਼ਰੂਰਤ ਹੈ, ਪੋਲੀਟੀਕਲ ਕਲਾਸ ਨੂੰ ਵੀ, ਜਨਰਲ ਵੀ, ਲੋਕਾਂ ਨੂੰ ਵੀ ਔਰ ਬਿਊਰੋਕਰੈਟਸ ਨੂੰ ਵੀ, ਤਾਂ ਕਿ ਗੱਲ ਠੀਕ ਦੱਸੋ। ਹਾਂ ਫਿਰ ਜਦੋਂ ਡਿਸੀਜਨ ਲੈਣ ਦੀ ਗੱਲ ਆ ਫਿਰ ਡਿਸੀਜਨ ਲੈ ਲਵੇ। ਕੈਪਟਨ ਨੂੰ ਲਾਉਣਾ ਗਲਤੀ ਸੀ ਜਾਂ ਸਹੀ ਫੈਸਲਾ ਸੀ? ਬਿਲਕੁਲ ਸਹੀ ਫੈਸਲਾ ਸੀ, ਪਰ ਦੇਰ ਨਾਲ ਲਿਆ ਗਿਆ ਫੈਸਲਾ ਸੀ, ਇਸ ਕਰਕੇ ਗਲਤੀ ਹੋਈ ਹੈ। ਦੇਰੀ ਨਾਲ ਲਿਆ ਗਿਆ ਫੈਸਲਾ, ਲੇਕਿਨ ਫੈਸਲਾ ਠੀਕ ਸੀ। ਕੋਈ ਬੰਦੇ ਕਹਿੰਦੇ ਆ ਕਿ ਨਹੀਂ ਜੀ ਕੈਪਟਨ ਨੂੰ ਰੱਖਣਾ ਚਾਹੀਦਾ ਸੀ। ਜਦੋਂ ਯਾਰ ਇਹ ਪਰਸੈਪਸ਼ਨ ਬਣ ਗਈ, ਪਰਸੈਪਸ਼ਨ ਨਹੀਂ ਬਣ ਗਈ, ਰਿਐਲਿਟੀ ਸੀਗੀ ਵੀ ਅਕਾਲੀ ਦਲ ਤੇ ਕਾਂਗਰਸ ਵਾਲੇ ਬੇਸਿਕਲੀ ਦੋ ਪਰਿਵਾਰ, ਮੈਂ ਇਹਨੂੰ ਕਾਂਗਰਸ ਵਾਲੇ ਵੀ ਨਹੀਂ ਕਹਿ ਸਕਦਾ ਕਿਉਂਕਿ ਥੱਲੇ ਬਹੁਤੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਦੋ ਪਰਿਵਾਰ ਰਲ ਗਏ ਸੀਗੇ। ਤੇ ਪੰਜਾਬ ਦੇ ਵਿੱਚ ਟਰੇਟਰ ਦੀ ਕੋਈ ਜਗ੍ਹਾ ਨਹੀਂ ਹੈ। ਜਦੋਂ ਤੁਸੀਂ ਕਿਸੇ ਨਾਲ ਰਲ ਜਾਓ, ਹੁਣ ਮੰਨ ਲਓ ਸਪੋਜ਼ ਅਸੀਂ ਦੋ ਜਣੇ ਮੈਚ ਖੇਡਦੇ ਹੋਈਏ ਤੇ ਅਸੀਂ ਰਲ ਜਾਈਏ ਤੇ ਫਿਰ ਲੋਕੀ ਫਿਰ ਕੀ ਦੇਖਣਗੇ, ਲੋਕੀ ਫਿਰ ਕੀ ਦੇਖਣਗੇ ਉਹਦੇ ਚੋਂ। ਸੋ ਇਸ ਕਰਕੇ ਫੈਸਲਾ ਬਿਲਕੁਲ ਠੀਕ ਸੀ, ਲੇਕਿਨ ਦੇਰ ਨਾਲ ਲਿਆ ਸੀ। ਪਰ ਜੇ ਬਹੁਤ ਸਾਰੀਆਂ ਕਾਰਵਾਈਆਂ ਕਹਿੰਦੇ ਕੈਪਟਨ ਨੇ ਨਹੀਂ ਕਰੀਆਂ, ਜੇ ਕੀਤੀਆਂ ਹੁੰਦੀਆਂ ਤਾਂ ਰਿਪੀਟ ਹੋ ਜਾਣਾ ਸੀ ਤੁਸੀਂ ਬੜੇ ਆਰਾਮ ਨਾਲ। ਮੈਂ ਤਾਂ ਬੜੀ ਵਾਰੀ ਕਿਹਾ ਸੀਗਾ ਜਿਹੜੀ ਗੱਲ ਠੀਕ ਹੈ, ਚਾਹੇ ਉਹ ਕੋਈ ਕਾਂਗਰਸੀ ਆ, ਚਾਹੇ ਉਹ ਅਕਾਲੀ ਆ, ਕੋਈ ਚਾਹੇ ਉਹ ਜਨਰਲ ਹੈਗਾ, ਜਿਹੜੀ ਗੱਲ ਠੀਕ ਆ, ਮੰਨ ਲਓ ਸਪੋਜ਼ ਮੰਨ ਲਓ ਜੇ ਬਿਜਲੀ ਦੀ ਗੱਲ ਸੀ ਜਾਂ 31,000 ਕਰੋੜ ਦੀ ਗੱਲ ਸੀ, ਜਾਂ ਆਹ ਜਿਹੜਾ ਇਰੀਗੇਸ਼ਨ ਜਿਹੜਾ ਸਕੈਮ ਹੈਗਾ ਇਹਦੀ ਗੱਲ ਹੈ, ਜਾਂ ਹੋਰ ਗੱਲਾਂ ਹੈਗੀਆਂ ਤੇ ਕਰਨੀਆਂ ਚਾਹੀਦੀਆਂ। ਅੱਛਾ ਮੈਂ ਕਹਿੰਦਾ ਜੇ ਇਹ ਸਾਫ਼ ਸੁਥਰੇ ਹੈਗੇ ਆ ਤਾਂ ਫਿਰ ਕਲੀਨ ਚਿੱਟ ਦੇ ਦਿਓ, ਫਿਰ ਕੀ ਗੱਲ ਆ ਵੀ ਕਿਸੇ ਤੇ ਸਟਿਗਮਾ ਲਾ ਕੇ ਰੱਖਣਾ, ਉਹ ਤਾਂ ਸਟਿਗਮੇ ਨਾਲੋਂ ਵੀ ਮਾੜੀ ਗੱਲ ਹੈਗੀ ਆ। ਔਰ ਜਾਖੜ ਨੂੰ ਲਾਉਣਾ ਔਰ ਸਿੱਧੂ ਨੂੰ ਪ੍ਰਧਾਨ ਬਣਾਉਣਾ ਇਹ ਠੀਕ ਸੀਗਾ ਜਾਂ ਗਲਤ ਫੈਸਲਾ ਸੀ? ਨਹੀਂ ਦੇਖੋ ਸਿੱਧੂ ਨੂੰ ਉਦੋਂ ਮੇਰਾ ਖਿਆਲ 70-72 MLAs ਨੇ ਬੇਸਿਕਲੀ ਕਿਹਾ ਵੀ ਹਾਂ ਵੀ ਠੀਕ ਹੈ ਇਹਨੂੰ ਪ੍ਰਧਾਨ ਬਣਾਉਣਾ ਚਾਹੀਦਾ ਤਾਂ ਕਿ ਅਗਲੀ ਵਾਰੀ ਪ੍ਰੋਜੈਕਸ਼ਨ ਹੋ ਜਾਵੇ, ਕਿਉਂਕਿ ਵੈਸੇ ਜਾਖੜ ਦਾ ਕੋਈ ਉਹਦੇ ਵਿੱਚ ਕਸੂਰ ਨਹੀਂ ਸੀਗਾ। ਕਸੂਰ ਤਾਂ ਸਾਰਾ ਕੈਪਟਨ ਅਮਰਿੰਦਰ ਸਿੰਘ ਦਾ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਕਿਸੇ ਨੂੰ ਚੱਲਣ ਦਿੰਦਾ ਸੀ, ਨਾ ਚੱਲਣਾ ਚਾਹੁੰਦਾ ਸੀਗਾ। ਕਿਉਂਕਿ ਕਈ ਵਾਰੀ ਜਿਹੜਾ ਦਰਖਤ ਆ ਉਹ ਏਡਾ ਵੱਡਾ ਹੋ ਜਾਂਦਾ ਵੀ ਉਹ ਦਰਖਤ ਦੇ ਛਾਂ ਦੇ ਵਿੱਚ ਕੁਛ ਵੀ ਪਲਦਾ ਨਹੀਂ ਹੈਗਾ, ਕੁਛ ਵੀ ਫਲਦਾ ਫੁਲਦਾ ਨਹੀਂ ਹੈਗਾ। ਜੇ ਉਹ ਦਰਖਤ ਕਿਤੇ ਛਾਂ ਨਾ ਦੇਵੇ ਤਾਂ ਫਿਰ ਉਹਦਾ ਨੁਕਸਾਨ ਬੜਾ ਵੱਡਾ ਹੋ ਜਾਂਦਾ। ਸਿੱਧੂ ਨੇ ਠੀਕ ਤਰੀਕੇ ਨਾਲ ਚਲਾਈ ਕਾਂਗਰਸ? ਨਹੀਂ ਦੇਖੋ ਕਈ ਚੀਜ਼ਾਂ ਠੀਕ ਹੋਈਆਂ, ਕਈ ਦੇਖੋ ਹਰ ਬੰਦਾ ਵਿਕਰਮ ਜੀ ਕਦੀ ਵੀ ਕੰਪਲੀਟ ਨਹੀਂ ਹੁੰਦਾ।
ਮੈਂ ਨਹੀਂ ਜ਼ਿੰਦਗੀ 'ਚ ਸਮਝਦਾ। ਇੱਕ ਤਾਂ ਹਰ ਸਮੇਂ ਤੁਸੀਂ ਸਿੱਖਦੇ ਹੋ, ਦੂਸਰਾ ਕਦੀ ਵੀ ਜ਼ਿੰਦਗੀ 'ਚ ਕੋਈ ਵੀ ਬੰਦਾ ਕੰਪਲੀਟ ਨਹੀਂ ਹੁੰਦਾ, ਉਹਨੂੰ ਟੀਮ ਦੇ ਤੌਰ ਤੇ ਅੱਗੇ ਵਧਣ ਦੀ ਜ਼ਰੂਰਤ ਹੁੰਦੀ ਆ। ਮੈਂ ਇਹ ਵੀ ਨਹੀਂ ਕਹਿ ਸਕਦਾ ਵੀ 100% ਟੀਮ ਸਾਫ਼ ਸੁਥਰੀ, ਉਹ ਤਾਂ ਸ਼ਾਇਦ ਸਤਯੁਗ ਦੇ ਸਮੇਂ 'ਚ ਕਿਤੇ ਹੋ ਸਕਦਾ ਵੀ 117 ਸਾਫ਼ ਸੁਥਰੇ ਬੰਦੇ ਲੱਭ ਪੈਣ, ਅੱਜ ਤਾਂ ਨਹੀਂ ਲੱਭ ਸਕਦੇ। ਲੇਕਿਨ ਹੌਲੀ ਹੌਲੀ ਤੁਸੀਂ ਆਪ ਸਾਫ਼ ਰਹੋ ਤੇ ਤੁਸੀਂ ਹੌਲੀ ਹੌਲੀ ਕੋਸ਼ਿਸ਼ ਕਰੋ ਵੀ ਟੀਮ ਜਿਹੜੀ ਆ ਉਹ ਸਾਫ਼ ਸੁਥਰੀ ਹੋ ਜਾਵੇ। ਕਿਉਂਕਿ ਲੋਕਾਂ ਦੇ ਵਿੱਚ ਨਾ ਜਿਹੜੀ ਬੇਵਿਸ਼ਵਾਸੀ ਹੋਈ ਆ ਪੋਲੀਟੀਕਲ ਬੰਦੇ ਪ੍ਰਤੀ, ਉਹ ਦੁਬਾਰਾ ਬਿਲਡਅਪ ਹੋਣੀ ਚਾਹੀਦੀ ਆ। ਕਿਉਂਕਿ ਦੇਖੋ ਜੇ ਬੇਵਿਸ਼ਵਾਸੀ ਹੋ ਗਈ, ਇੱਕ ਤਾਂ ਅਸੀਂ ਫਰੀ ਬੀਜ਼, ਦੇਖੋ ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ। ਹੁਣ ਮੰਨ ਲਓ ਇਸ ਸਰਕਾਰ ਦੀ ਵੀ ਜੇ ਗੱਲ ਕਰ ਲਈਏ, ਠੀਕ ਆ, ਇਹ ਅੱਜ ਇਸ਼ਤਿਹਾਰ ਦੇ ਕੇ ਕਹਿੰਦੇ ਆ ਵੀ ਜੀ 85% ਜ਼ੀਰੋ ਬਿੱਲ ਆ ਗਏ, ਇੰਨੇ % ਜ਼ੀਰੋ ਬਿੱਲ ਆ ਗਏ। ਐਂਡ ਆਫ ਦਾ ਡੇ 19,000 ਕਰੋੜ ਰੁਪਈਏ ਦੀ ਸਬਸਿਡੀ ਆਲਮੋਸਟ ਹੋ ਗਈ ਆ, ਤੇ 19,000 ਕਰੋੜ ਰੁਪਈਆ ਆਉਣਾ ਕਿੱਥੋਂ ਆ? ਕਿੱਦਾਂ ਚੱਲੂਗਾ ਇਹ? ਕਿੰਨਾ ਕੁ ਚਿਰ ਚੱਲੂਗਾ? ਇਹ ਸਾਰੀਆਂ ਚੀਜ਼ਾਂ ਕਿਉਂਕਿ ਜਦੋਂ ਇੱਧਰ ਨੂੰ ਤੁਰ ਪੈਣਗੀਆਂ, ਇਹ ਤੁਰ ਰਹੀਆਂ ਹੈਗੀਆਂ। ਕਿਉਂਕਿ ਦੇਖੋ ਘਰ ਦਾ ਗੂਠਾ ਵੀ ਵਿਕਰਮ ਲੱਗਿਆ ਮਾੜਾ ਹੁੰਦਾ। ਜਦੋਂ ਕਿਸੇ ਘਰ ਦਾ ਗੂਠਾ ਲੱਗ ਜਾਂਦਾ ਨਾ, ਉਸ ਘਰ ਦੀ ਜ਼ਮੀਰ ਤੱਕ ਵੀ ਕਿਤੇ ਨਾ ਕਿਤੇ ਕਮਜ਼ੋਰ ਹੋ ਜਾਂਦੀ ਆ। ਅਸੀਂ ਪੰਜਾਬ ਦਾ ਹੌਲੀ ਹੌਲੀ ਗੂਠਾ ਲਾ ਰਹੇ ਹਾਂ, ਗੂਠਾ ਵਧਾ ਰਹੇ ਹਾਂ। ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਨੇ ਇਹਦੇ 'ਚ ਬਹੁਤ ਚੰਗਾ ਕੀਤਾ ਮਾੜਾ ਕੀਤਾ, ਬਟ ਐਟ ਦਾ ਸੇਮ ਟਾਈਮ ਹੋਣੀ ਆ ਜੋ ਇਹ ਤਾਂ ਬਦਲਾਅ ਲਈ ਆਏ ਸੀਗਾ ਨਾ, ਇਹ ਤਾਂ ਬਦਲਾਅ ਲਈ ਆਏ ਸੀ ਵੀ ਅਸੀਂ ਤਾਂ ਇਹਨੂੰ ਜਿਹੜਾ ਨੈਗੇਟਿਵ ਡੈਟ ਆ ਉਹਨੂੰ ਪੋਜ਼ਿਟਿਵ 'ਚ ਲੈ ਆਉਣਾ। ਕਹਿੰਦੇ ਸੀ ਨਾ ਵੀ 34,000 करोड़ रुपया तो हम करप्शन से निकाल लेंगे, 20,000 करोड़ रुपए की रेता हम बेचेंगे, बेच ली। 9 ਮਹੀਨਿਆਂ ਦੇ ਵਿੱਚ 30,000 ਕਰੋੜ ਰੁਪਏ ਦਾ ਹੋਰ ਡੈਟ ਹੋ ਗਿਆ। ਕਹਿੰਦੇ ਕੋਰਟ ਨੇ ਅੜਿੱਕਾ ਪਾਇਆ ਹੋਇਆ, ਕਹਿੰਦੇ ਉਧਰੋਂ ਕਲੀਅਰੈਂਸ ਆ ਜੇ। ਹਰਜੋਤ ਬੈਂਸ ਦਾ ਬਿਆਨ ਸੀ, ਪਤਾ ਨਹੀਂ ਹਰਜੋਤ ਬੈਂਸ ਦਾ ਹੋਊ ਜਾਂ ਸੀਐਮ ਸਾਹਿਬ ਦਾ ਹੋਊਗਾ। ਮੈਂ ਨਹੀਂ ਕਹਿੰਦਾ ਯਾਰ, ਮੈਂ ਤਾਂ ਕਹਿੰਦਾ ਇਹ ਮੈਂ ਜ਼ਰੂਰੀ ਥੋੜੀ ਆ ਵੀ ਯਾਰ ਕਿਸੇ ਹੋਰ ਪਾਰਟੀ ਨੇ ਚੰਗੀ ਚਲਾਉਣੀ। ਹੁਣ ਇਹ ਆ, ਇਹ ਚੰਗੀ ਚਲਾਉਣ, ਪੰਜਾਬ ਨੂੰ ਚੰਗੇ ਪਾਸੇ ਨੂੰ ਤੋਰਨੇ। ਪਰ ਮੈਨੂੰ ਲੱਗਦਾ ਨਹੀਂ ਇਹ ਜੋ ਹੈ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ, ਜੋ ਲੋਕ ਬੇਸਿਕਲੀ ਜਿਹੜਾ ਬਿਜ਼ਨਸਮੈਨ ਜਦੋਂ ਕਿਤੇ ਸ਼ਿਫਟ ਹੋਣ ਲੱਗ ਪੈਂਦਾ ਨਾ ਵਿਕਰਮ ਜੀ, ਸਾਡੀ ਆਉਣ ਵਾਲੀ ਜਿਹੜੀ ਇਕੋਨਮੀ ਹੈਗੀ ਆ, ਅਸੀਂ ਐਗਰੇਰੀਅਨ ਸਟੇਟ ਹੈ, ਉਹਦੇ ਨਾਲ ਨਾਲ ਜੇ ਕਿਤੇ ਸਾਡੀ ਇੰਡਸਟਰੀ ਚਲੇ ਗਈ ਹੌਲੀ ਹੌਲੀ, ਜਿਹੜੀ ਕਿਤੇ ਨਾ ਕਿਤੇ ਇੰਡੀਕੇਸ਼ਨ ਹੋ ਰਹੀ ਆ ਵੀ ਇਹ ਸ਼ਿਫਟ ਹੋ ਰਹੀ ਆ ਜਾਂ ਫਲਾਨੀ ਜਗ੍ਹਾ ਹੋ ਰਹੀ ਆ, ਤੇ ਪੰਜਾਬ ਜਾਊਗਾ ਕਿੱਧਰ ਨੂੰ? ਅਸੀਂ ਪਹਿਲਾਂ ਹੀ ਕਿਤੇ ਨਾ ਕਿਤੇ ਸਾਡੀ ਨੌਜਵਾਨ ਪੀੜ੍ਹੀ ਬਾਹਰ ਨੂੰ ਭੱਜੀ ਜਾ ਰਹੀ ਆ, ਸਾਡੇ ਕੋਲ ਜੌਬਸ ਨਹੀਂ ਹੈਗੀਆਂ। ਮੈਂ ਕਹਿੰਦਾ ਪੁਰਾਣੀਆਂ ਸਰਕਾਰਾਂ ਨੇ ਬਹੁਤ ਮਾੜਾ ਕੀਤਾ, ਪਰ ਤੁਸੀਂ ਤਾਂ ਹੁਣ ਕਰ ਲਓ। ਇਸ ਗਵਰਨਮੈਂਟ ਤੇ ਵੀ ਆਪਾਂ ਚਰਚਾ ਕਰਾਂਗੇ ਵਿਸਥਾਰ ਦੇ ਨਾਲ। ਮੈਂ ਇਹ ਚਾਹੁੰਦਾ ਕਿ ਕਾਂਗਰਸ ਜਿਹੜਾ ਆ ਸਿੱਧੂ ਨੂੰ ਹਟਾਏ ਜਾਣ ਨੂੰ ਕਿਵੇਂ ਦੇਖਦੇ ਹੋ? ਸਿੱਧੂ ਨੂੰ ਹਟਾ ਕੇ ਫਿਰ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਜਾਂਦਾ, ਔਰ ਉਸ ਤੋਂ ਬਾਅਦ ਫਿਰ ਕੈਪਟਨ ਨੂੰ ਲਾ ਕੇ ਚੰਨੀ ਨੂੰ ਬਣਾਉਣ ਵਾਲਾ ਫੈਸਲਾ ਜਿਹੜਾ ਸੀ, ਇਹਨਾਂ ਦੋਵਾਂ ਚੀਜ਼ਾਂ ਨੂੰ ਠੀਕ ਮੰਨਦੇ ਹੋ ਤੁਸੀਂ, ਜਾਂ ਇਸ ਨੂੰ ਲੈ ਕੇ ਥੋੜਾ ਹੋਰ ਆਪਸ਼ਨ? ਦੇਖੋ ਵਿਕਰਮ, ਹੁਣ ਇਹ ਸਾਰਾ ਕੁਝ ਹੋ ਚੁੱਕਿਆ। ਮੈਨੂੰ ਲੱਗਦਾ ਵੀ ਜਿੱਦਾਂ ਕਹਿੰਦੇ ਹੁੰਦੇ ਨਾ, ਈਦ ਮਗਰੋਂ ਤੰਬਾ ਨਹੀਂ ਫੂਕਣਾ ਚਾਹੀਦਾ। ਜਿਹੜੀਆਂ ਹੋ ਗਈਆਂ ਉਹ ਸਾਡੇ ਅੱਜ ਸਾਹਮਣੇ ਆ। ਸਬਕ ਕੀ ਲਿਆ? ਵਿਜ਼ੂਲਾਈਜ਼ ਇਹ ਕਰਨਾ ਚਾਹੀਦਾ ਕਿ ਸਾਨੂੰ, ਮੈਂ ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਮੈਂ ਪਿਛਲੇ 10-11 ਸਾਲਾਂ 'ਚ ਇਹਦੇ ਵਿੱਚ ਹੈਗਾ, ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ, ਜਿੰਨਾ ਚਿਰ ਅਸੀਂ ਟੀਮ ਬਣਾ ਕੇ, ਅਸੀਂ ਹਰ ਬੰਦਾ, ਸਾਡੇ ਬਹੁਤ ਸਾਰੇ ਲੀਡਰ ਹੈਗੇ ਆ ਜਿਹੜੇ ਕਹਿੰਦੇ ਮੈਂ ਪੰਜਾਬ ਨੂੰ ਇੱਦਾਂ ਦੇਖਣਾ ਚਾਹੁੰਦਾ, ਮੈਂ ਪੰਜਾਬ ਨੂੰ ਇੱਦਾਂ ਦੇਖਣਾ ਚਾਹੁੰਦਾ। ਉਹਨੂੰ ਕਹੇ ਯਾਰ ਨਾਲ ਦੇ ਸਾਥੀ ਨਾਲ ਤਾਂ ਦੇਖ ਲਾ, ਨਾਲ ਦੇ ਸਾਥੀ ਨਾਲ ਤਾਂ ਮੋਢੇ ਨਾਲ ਮੋਢਾ ਲਾ ਕੇ ਤੁਰ ਲਾ। ਉਹਦੇ ਨਾਲ ਨਹੀਂ ਤੁਰਨਾ ਆਪਾਂ, ਜੇ ਉਹਦੇ ਨਾਲ ਨਹੀਂ ਤੁਰਨਾ ਤੇ ਫਿਰ ਆਪਾਂ ਪੰਜਾਬ ਨੂੰ ਕਿਵੇਂ ਤੋਰ ਲਾਂਗੇ ਯਾਰ? ਕਿਉਂਕਿ ਮੈਂ ਤਾਂ ਹੀ ਕਹਿੰਦਾ ਕਿ ਜਿਹੜੀ ਸਾਡੀ ਇੰਟਰਨਲ ਡੈਮੋਕ੍ਰੇਸੀ ਆ, ਮੈਂ ਕਾਂਗਰਸ ਦੀ ਵੀ ਵਿੱਚ ਇਹ ਗੱਲ ਕਰਦਾ, ਅਕਾਲੀ ਦਲ ਦੀ ਵੀ ਕਰਦਾ, ਬੀਜੇਪੀ ਦੀ ਵੀ ਕਰਦਾ। ਬੀਜੇਪੀ ਦੀ ਤਾਂ ਮਰੀ ਹੋਈ ਡੈਮੋਕ੍ਰੇਸੀ ਆ, ਕਿਉਂਕਿ ਜਿੱਥੇ ਕੋਈ ਬੰਦਾ ਬੋਲਣ ਦਾ ਹੱਕਦਾਰ ਹੀ ਹੈ ਨਹੀਂਗਾ, ਇੰਟਰਨਲ ਤਾਂ ਦੂਰ ਦੀ ਗੱਲ ਹੈਗੀ ਆ। ਸੋ ਇਸ ਕਰਕੇ ਸਾਨੂੰ ਇਹ ਸਾਰਿਆਂ ਨੂੰ ਕਰੈਕਟਿਵ ਮੈਜ਼ਰਸ ਲੈ ਕੇ ਅਸੀਂ ਚੰਗੀ ਡੈਮੋਕ੍ਰੇਸੀ, ਚੰਗੀਆਂ ਰਾਹਾਂ 'ਤੇ ਪਾਈਏ, ਸੋ ਦੈਟ ਆਉਣ ਵਾਲੀ ਪੀੜ੍ਹੀ ਸਾਡੀ ਜਿਹੜੀ ਉਹ ਚੰਗੇ ਪਾਸੇ ਨੂੰ ਹੋਰ ਅੱਗੇ ਲੈ ਕੇ ਤੁਰੇ। ਸਾਰਿਆਂ ਨੇ ਬੈਠੇ ਤਾਂ ਰਹਿਣਾ ਨਹੀਂ ਹੈ। ਸਿੱਧੂ ਸਾਹਿਬ ਵਾਲੇ ਮਸਲੇ 'ਤੇ ਥੋੜ੍ਹੀ ਜਿਹੀ ਜ਼ਰੂਰ ਗੱਲ ਕਰੂੰਗਾ, ਕਿਉਂਕਿ ਬਹੁਤ ਕਲੋਜ਼ ਨੇ ਨਵਜੋਤ ਸਿੰਘ ਸਿੱਧੂ ਤੁਹਾਡੇ। ਨਹੀਂ, ਮੇਰਾ ਚੰਗਾ ਦੋਸਤ ਹੈਗਾ। ਸੋ ਮਤਲਬ ਦੇਖੋ, ਪ੍ਰਧਾਨ ਪ੍ਰੈਰੋਗੇਟਿਵ ਸਾਰਿਆਂ ਦੀ ਲੋਕੀ ਸੁਣਦੇ ਹੈਗੇ ਆ, ਸਾਡੀ ਹਾਈ ਕਮਾਂਡ ਵੀ ਸੁਣਦੀ ਹੈਗੀ ਆ। ਸੋ ਪ੍ਰਧਾਨ ਉਹਨਾਂ ਨੂੰ ਬਣਾਇਆ ਸੀਗਾ, ਉਹਨੇ ਜਿੰਨਾ ਕੁ ਚਿਰ ਕੰਮ ਕੀਤਾ ਠੀਕ ਕੀਤਾ, ਜੋ ਉਹਨਾਂ ਦੀ ਕਪੈਸਿਟੀ ਹੈਗੀ ਉਹਦੇ ਮੁਤਾਬਕ ਕੀਤਾ, ਠੀਕ ਹੈ ਨਾ। ਹੁਣ ਜੇ ਰਾਜਾ ਵੜਿੰਗ, ਮੈਨੂੰ ਲੱਗਦਾ ਵੀ ਹੈਵ ਟੂ ਐਕਸੈਪਟ ਇਟ ਕਿ ਹਾਂ ਬਈ ਐਜ਼ ਏ ਟੀਮ ਮੈਂਬਰ ਸਾਨੂੰ ਐਕਸੈਪਟ ਕਰਨਾ ਚਾਹੀਦਾ, ਐਕਸੈਪਟ ਕਰਕੇ ਗਾਂਹ ਤੁਰਨਾ ਚਾਹੀਦਾ।
ਸਿੱਧੂ ਸਾਹਿਬ ਨਾਲ ਮੁਲਾਕਾਤ ਹੋਈ ਤੁਹਾਡੀ? ਹਾਂ ਬਿਲਕੁਲ ਹੋਈ। ਕਿੰਨੀ ਵਾਰ ਜਾ ਕੇ ਜੇਲ੍ਹ? ਮੈਂ 2 ਵਾਰੀ, ਹੁਣੀ ਹਫ਼ਤਾ ਕੁ ਪਹਿਲਾਂ ਗਿਆ ਸੀ। ਕੀ ਕਹਿੰਦੇ ਨੇ ਫਿਰ? ਨਹੀਂ ਠੀਕ ਹੈ, ਹੀ ਇਜ਼ ਫਿਟ ਐਂਡ ਫਾਈਨ। ਉਹਨੂੰ ਲੈ ਕੇ, ਰਾਜਨੀਤੀ ਨੂੰ ਲੈ ਕੇ ਹੋਈ ਚਰਚਾ? ਕੋਈ ਬਹੁਤੀ ਲੰਮੀ ਚੌੜੀ ਨਹੀਂ, ਕਿਉਂਕਿ ਜੇਲ੍ਹ ਦੀਆਂ ਗੱਲਾਂ ਹੋਈਆਂ, ਬਹੁਤ ਚਿਰ ਅਸੀਂ ਬੈਠੇ ਰਹੇ। ਚੜ੍ਹਦੀ ਕਲਾ 'ਚ ਨੇ? ਹਾਂ ਚੜ੍ਹਦੀ ਕਲਾ, ਬਿਲਕੁਲ ਚੜ੍ਹਦੀ। ਕਹਿੰਦੇ ਵਜਨ ਵਾਹਵਾ ਘਟਾਇਆ ਨਵਜੋਤ ਸਿੱਧੂ ਹੁਣਾਂ ਨੇ? ਮੈਨੂੰ ਲੱਗਦਾ 20-25 ਕਿਲੋ ਭਾਰ ਘਟਾਇਆ ਹੁਣ। ਯੋਗਾ ਕਰਦੇ ਨੇ ਕਾਫੀ ਯਾਰ, ਹੁਣ ਇਹ ਤਾਂ ਉਹੀ ਦੱਸ ਸਕਦੇ ਆ, ਬਟ ਹਾਂ ਨੈਚੁਰਲੀ ਆ, ਕਿਉਂਕਿ ਸਮਾਂ ਵੀ ਹੁੰਦਾ ਆ, ਐਕਸਰਸਾਈਜ਼ ਵੀ, ਮੈਨੂੰ ਲੱਗਦਾ ਸੈਰ ਸੂਰ ਵੀ, ਯੋਗਾ ਵੀ ਨਾਲ, ਮੈਡੀਟੇਸ਼ਨ ਵਗੈਰਾ ਵੀ। ਤੁਹਾਨੂੰ ਲੱਗਦਾ ਕਿ ਸਿੱਧੂ ਹੁਣੀ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਔਰ ਇੱਕ ਲੋਕ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣਨਗੇ ਔਰ ਕੁਝ ਚੀਜ਼ਾਂ ਦੇ ਵਿੱਚ ਪਰਿਵਰਤਨ ਲਿਆਉਣਗੇ, ਚੀਜ਼ਾਂ 'ਚ ਬਦਲਾਅ ਕਰਨਗੇ? ਯਾਰ ਇਹ ਤਾਂ ਹੁਣ ਉਹੀ ਦੱਸ ਸਕਦੇ ਆ। ਇਸ ਤਰ੍ਹਾਂ ਦੀ ਕੋਈ ਡਿਸਕਸ਼ਨ ਨਹੀਂ ਹੋਈ? ਇਸ ਤਰ੍ਹਾਂ ਦੀ ਕੋਈ ਬਹੁਤੀ ਲੰਮੀ ਚੌੜੀ ਡਿਸਕਸ਼ਨ ਨਹੀਂ ਹੋਈ। ਮੈਨੂੰ ਤਾਂ ਇੰਨੀ ਕੁ ਗੱਲ ਹੈਗੀ ਆ ਵੀ ਐਜ਼ ਏ ਟੀਮ ਦੇ ਤੌਰ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਜੇ ਅਸੀਂ ਵਾਕਈ ਪੰਜਾਬ ਨੂੰ ਪਿਆਰ ਕਰਦੇ ਹਾਂ। ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਸਿੱਧੂ ਹੁਣਾਂ ਨੂੰ ਲੈ ਕੇ। ਕੋਈ ਕਹਿੰਦਾ ਕਿ ਪਾਰਟੀ ਬਣਾ ਸਕਦੇ ਆ, ਕੋਈ ਕਹਿੰਦੇ ਕਿ ਨਹੀਂ ਪ੍ਰਿਯੰਕਾ ਗਾਂਧੀ ਦਾ ਲੈਟਰ ਆ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ। ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ? ਦੇਖੋ, ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਨੂੰ ਲੱਗਦਾ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਮਨਪ੍ਰੀਤ ਬਾਦਲ ਹੁਣਾਂ ਦੇ ਨਾਲ ਵੀ ਜਾ ਕੇ ਆਏ ਸੀ ਤੁਸੀਂ? ਨਹੀਂ, ਮੈਂ ਉਹਨਾਂ ਦੇ ਨਾਲ ਤਾਂ ਨਹੀਂ ਗਿਆ, ਪਰ ਮੈਂ ਸੁਣਿਆ ਜ਼ਰੂਰ ਸੀ ਵੀ ਉਹ ਸ਼ਾਇਦ ਉੱਥੇ ਗਏ। 2024 'ਚ ਕਿਵੇਂ ਦੇਖਦੇ ਹੋ ਪ੍ਰਗਟ ਸਿੰਘ ਜੀ ਤੁਸੀਂ? ਕਿਉਂਕਿ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਜਿਸ ਤਰੀਕੇ ਦੇ ਨਾਲ ਆਈ ਔਰ ਜਿੰਨੀਆਂ ਸੀਟਾਂ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਈਆਂ, ਵਿਧਾਨ ਸਭਾ ਸੀਟਾਂ ਜਿੱਤੀਆਂ, ਔਰ ਉਸ ਤੋਂ ਬਾਅਦ ਸੰਗਰੂਰ ਦੇ ਵਿੱਚ ਜੋ ਵੀ ਹੋਇਆ, ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਜਾਂਦੇ ਆ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਉਹ ਸੀਟ ਹਾਰਦੀ ਆਮ ਆਦਮੀ ਪਾਰਟੀ, ਜਿਹੜੀ ਸੀਐਮ ਦੀ ਸੀਟ ਸੀਗੀ, ਉੱਥੋਂ ਹੀ ਐਮਪੀ ਸੀ ਭਗਵੰਤ ਮਾਨ, ਔਰ ਉਹ ਸੀਟ ਹਾਰ ਜਾਂਦੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਵਿਜ਼ੂਅਲਾਈਜ਼ ਕੀਤਾ, ਤੁਹਾਡੀ ਹਾਰ ਦੀ ਵਜ੍ਹਾ, ਜਾਂ ਤੁਸੀਂ ਵੋਟ ਪਰਸੈਂਟੇਜ ਗੇਨ ਕੀਤਾ ਉੱਥੋਂ? ਨਹੀਂ ਦੇਖੋ, ਉਹ ਇਟ ਵਾਸ ਟੂ ਅਰਲੀ। ਜਿਹੜੀ ਬੇਸਿਕਲੀ ਸੰਗਰੂਰ ਵਾਲੀ ਇਲੈਕਸ਼ਨ ਆਈ ਹੈਗੀ ਆ, ਉਹ 3 ਕੁ ਮਹੀਨਿਆਂ ਦੇ ਵਿੱਚ ਆ ਗਈ। ਉਹਦੇ ਵਿੱਚ ਮੈਨੂੰ ਨਹੀਂ ਲੱਗਦਾ, ਕਿਉਂਕਿ ਜੋ ਪਰਸੈਪਸ਼ਨ ਕ੍ਰੀਏਟ ਹੋਈ ਸੀ ਜਾਂ ਜੋ ਪਰਸੈਪਸ਼ਨ ਕਾਂਗਰਸ ਬਾਰੇ ਬਣੀ ਸੀ, ਉਹਦੇ ਤੋਂ ਬਹੁਤਾ ਉਸ ਟਾਈਮ ਗੇਨ ਕਰਨ ਵਾਲੀ ਗੱਲ ਵੀ ਹੈ ਨਹੀਂ। ਪਰ ਜਿਵੇਂ 92 ਸੀਟਾਂ ਆਈਆਂ ਹੋਣ ਔਰ ਉਸ ਤੋਂ ਬਾਅਦ ਫਿਰ ਇਹ ਸੀ ਕਿ ਸਰਕਾਰ ਨਹੀਂ, ਆਮ ਆਦਮੀ ਪਾਰਟੀ ਲਈ ਤਾਂ ਬੜੀ ਨਮੋਸ਼ੀ ਵਾਲੀ ਗੱਲ ਹੈਗੀ ਆ। ਲੇਕਿਨ ਇੱਕ ਗੱਲ ਮੈਂ, ਜਿਹੜੀ ਲੋਕ ਵੀ ਆ ਨਾ, ਦੇਖੋ ਮੈਨੂੰ ਇਹ ਲੱਗਦਾ ਵਿਕਰਮ ਜੀ, ਥੋੜ੍ਹਾ ਜਿਹਾ ਸਮਾਂ ਦੇਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਇਹ ਆਮ ਆਦਮੀ ਪਾਰਟੀ ਆ ਜਾਂ ਕੋਈ ਵੀ ਹੋਵੇ, ਕਿਸੇ ਵੀ ਬੰਦਿਆਂ ਨੂੰ ਕੰਮ ਕਰਨ ਲਈ ਮੌਕਾ ਦੇਣਾ ਚਾਹੀਦਾ। ਮੈਂ ਪਿਛਲੇ ਸਮੇਂ ਦੇ ਵਿੱਚ ਹੁਣ ਕਾਫੀ ਸਮਾਂ ਬਹੁਤਾ ਬੋਲਿਆ ਨਹੀਂ, ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ। ਮੈਂ ਕਿਹਾ ਲੈਟ them ਵਰਕ। ਜਦੋਂ ਉਹ ਕੰਮ ਕਰਨਗੇ, ਹੌਲੀ ਹੌਲੀ ਸਮਝ ਆਉਣ ਲੱਗ ਪਊਗੀ ਕਿ ਹਾਂ ਵੀ ਇਹ ਕਿਹੋ ਜਿਹਾ ਕੰਮ ਚਾਹੁੰਦੇ ਹੈਗੇ ਆ। ਕਿਉਂਕਿ ਗੱਲਾਂ ਤਾਂ ਕਰਨ ਨੂੰ ਬਹੁਤ ਆ, ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਬਟ ਹੁਣ 10 ਕੁ ਮਹੀਨੇ ਦਾ ਲਗਭਗ ਸਮਾਂ ਹੋਣ ਵਾਲਾ ਹੈਗਾ, ਤੇ 10 ਮਹੀਨਿਆਂ 'ਚ ਮੈਨੂੰ ਲੱਗਦਾ ਵੀ 9 ਕੁ ਮਹੀਨਿਆਂ 'ਚ ਤਾਂ ਬੱਚਾ ਵੀ ਜੰਮ ਕੇ ਤੇ ਰਣ ਵਾਲੀ ਗੱਲ ਹੋ ਜਾਂਦੀ ਹੈ। ਇਸੇ ਚੀਜ਼ ਤੇ ਜਵਾਬ ਦਿੱਤਾ ਸੀ, ਕਹਿੰਦੇ ਲੱਭੂ ਹਜੇ ਤਾਂ ਨਹੀਂ, ਮੈਂ ਤਾਂ ਉਹੀ ਗੱਲ ਕਰਦਾ ਵੀ ਮੈਨੂੰ ਕੋਈ ਜ਼ਿੰਦਗੀ 'ਚ ਵੈਸੇ ਵੀ ਕਦੀ ਕਾਹਲੀ ਨਹੀਂ ਹੁੰਦੀ, ਕਿਉਂਕਿ ਇਹ ਜਿਹੜੀ ਗੱਲ ਵੀ ਅੱਜ ਕਰਨੀ ਉਹ ਕੱਲ੍ਹ ਨੂੰ ਵੀ ਕੀਤੀ ਜਾ ਸਕਦੀ। ਇਹ ਕਿਹੜਾ ਕੋਈ ਰੇਲ ਦੀ ਪਟੜੀ ਆ ਵੀ ਜਿਹੜੀ ਲੰਘ ਚੱਲੀ ਆ। ਸੋ ਇਸ ਕਰਕੇ ਇਹਨਾਂ ਦੀ ਕੋਈ ਪਰਫਾਰਮੈਂਸ, ਪਰ ਜਿੰਨੀ ਹੁਣ ਤੱਕ ਮੈਨੂੰ ਅਸੈਸਮੈਂਟ ਹੋ ਰਹੀ ਆ, ਕੋਈ ਬਹੁਤ ਜ਼ਿਆਦਾ ਪੋਜ਼ਿਟਿਵ ਪਾਸੇ ਨੂੰ ਨਹੀਂ ਹੈਗੀ। ਜਿੱਦਾਂ ਕਈ ਵਾਰੀ ਨਾ ਘਰ ਦੇ ਭਾਗ ਡੇੜੀ ਤੋਂ ਪਤਾ ਲੱਗਣ ਲੱਗ ਪੈਂਦਾ ਵੀ ਘਰ ਕਿਹੋ ਜਿਹਾ ਹੋਣਾ, ਇਹਨਾਂ ਦਾ ਪਤਾ ਜਿਹਾ ਲੱਗਣ ਲੱਗ ਪਿਆ, ਕਿਉਂਕਿ ਲਾਅ ਐਂਡ ਆਰਡਰ ਜਿਹੜਾ ਉਹ ਬਹੁਤ ਮਾੜੇ ਪਾਸੇ ਨੂੰ ਤੁਰਿਆ ਜਾ ਰਿਹਾ। ਬਹੁਤ ਸਾਰੇ ਕੇਸ, ਭਾਵੇਂ ਮੂਸੇ ਵਾਲੇ ਦਾ ਕੇਸ ਹੋਵੇ, ਉਹਨੂੰ ਤਾਂ ਪੂਰਾ ਪੰਜਾਬ, ਉਹ ਤਾਂ ਚਲੋ, ਉਹ ਤਾਂ ਬੇਸਿਕਲੀ ਇਹਨਾਂ ਨੇ, ਦੇਖੋ ਇੱਕ ਤਾਂ ਜਿਹੜੀ ਹਰ ਚੀਜ਼ ਨਾ, ਕਿਸੇ ਘਰ ਦੀ ਵੀ ਹਰ ਚੀਜ਼ ਜਦੋਂ ਸੋਸ਼ਲ ਮੀਡੀਆ ਤੇ ਆਉਣ ਲੱਗ ਪਵੇ ਨਾ, ਉਹ ਘਰ ਬਹੁਤ ਜ਼ਿਆਦਾ ਲੱਗਦਾ ਹੁੰਦਾ ਬੰਦੇ ਨੂੰ। ਐਕਚੁਅਲੀ ਇੱਕ ਤਾਂ ਸਾਡੇ ਪੰਜਾਬੀਆਂ ਦੀ ਪ੍ਰੋਬਲਮ ਇਹ ਆ ਵੀ ਸੋਸ਼ਲ ਮੀਡੀਆ ਤੇ ਬਹੁਤ ਹੋਲ ਹੈ, ਤੇ ਉਹਦੇ ਬੈਕਗਰਾਊਂਡ ਤੇ ਵੀ ਅਸੀਂ ਇਹ ਅਸੈਸ ਨਹੀਂ ਕਰਦੇ ਵੀ ਐਕਚੁਅਲੀ ਇਹਦੇ ਵਿੱਚ ਸੀਰੀਅਸਨੈਸ ਕਿੰਨੀ ਕੁ, ਇਹ ਸੀਕ੍ਰੇਟ ਡਾਕੂਮੈਂਟ ਆ ਕਿ ਨਹੀਂ ਸੀਕ੍ਰੇਟ ਡਾਕੂਮੈਂਟ, ਇਹ ਸਾਨੂੰ ਪਬਲਿਕ ਪਲੇਟਫਾਰਮ 'ਚ ਲਿਆਉਣਾ ਚਾਹੀਦਾ ਕਿ ਨਹੀਂ ਲਿਆਉਣਾ ਚਾਹੀਦਾ। ਅਸੀਂ ਬਹੁਤ ਸ਼ੋਧੀ ਜੀ ਪਬਲਿਸਿਟੀ ਦੇ ਵਿੱਚ ਪੈ ਗਏ, ਜਿਹਦਾ ਕਿ ਫਾਇਦਾ ਨਹੀਂ ਪੰਜਾਬ ਨੂੰ ਹੋਣਾ, ਜਿਹਦਾ ਨੁਕਸਾਨ ਹੀ ਹੋਣਾ। ਅਸੀਂ ਦੇਖੋ ਪਿਛਲੇ, ਵਿਕਰਮ ਮੈਨੂੰ ਜਿੰਨੀ ਪਰਸਨਲ ਮੈਂ ਗੱਲ ਕਰਦਾ, ਮੈਨੂੰ ਪਿਛਲੇ 9.5 ਮਹੀਨਿਆਂ ਦੇ ਵਿੱਚ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਤੋਂ ਬਿਨਾਂ ਪੰਜਾਬ ਦੀ ਕੋਈ ਗੱਲ ਕਿਸੇ ਨੇ ਬਹੁਤੀ ਸੋਲਿਡਲੀ ਕੀਤੀ ਨਹੀਂ ਹੈ। ਪਾਲਿਸੀ ਮੈਟਰ ਤੇ, ਜਾਂ ਪੰਜਾਬ ਨੇ ਕਿੱਦਾਂ ਅੱਗੇ ਤੁਰਨਾ, ਜਾਂ ਪੰਜਾਬ ਨੂੰ ਕੌਣ ਕਿੱਧਰ ਨੂੰ ਲੈ ਕੇ ਜਾ ਰਿਹਾ ਹੈਗਾ,
ਕੋਈ ਕਿਸੇ ਤੇ ਦੂਸ਼ਣਬਾਜ਼ੀ ਕਰਦਾ, ਕੋਈ ਕਿਸੇ ਤੇ ਤੰਜ ਕੱਸਦਾ, ਕੋਈ ਕਿਸੇ ਤੇ ਤੰਜ ਕੱਸਦਾ। ਮੈਨੂੰ ਲੱਗਦਾ ਕਿ ਲੀਡਰਾਂ ਨੂੰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਅੱਛਾ, ਉਸ ਤੰਜ ਦੇ ਪਿੱਛੇ ਫਿਰ ਜਿਹੜੀਆਂ IT ਟੀਮਾਂ ਬੈਠੀਆਂ ਹੁੰਦੀਆਂ, ਉਹ ਫਿਰ ਉਹਦੀ ਉਹ ਰੇਲ ਬਣਾਉਂਦੀਆਂ। ਮਤਲਬ ਬਹੁਤੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਹੈ ਵਿਕਰਮ ਜੀ ਵੀ ਇਹ ਐਕਚੁਅਲ ਗੱਲ ਹੈ ਕੀ ਆ, ਉਹਦਾ ਸੀਰੀਅਸਨੈਸ ਕਿੰਨੀ ਕੁ, ਤੇ ਉਸ ਸਬਜੈਕਟ 'ਤੇ ਸਾਨੂੰ ਕੀ ਬੋਲਣਾ ਚਾਹੀਦਾ, ਕੀ ਨਹੀਂ ਬੋਲਣਾ ਚਾਹੀਦਾ। ਉਹ ਬਸ ਦਗੜ 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 ਦਗੜ। ਰਿਵਾਈਵਲ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਰਿਵਾਈਵਲ ਮੈਨੂੰ ਲੱਗਦਾ ਕਾਂਗਰਸ ਦਾ ਰਿਵਾਈਵਲ ਬਿਲਕੁਲ ਹੋ ਸਕਦਾ। ਉਹਦੇ ਦੋ ਕਾਰਨ ਆ। ਇੱਕ ਤਾਂ ਜਦੋਂ ਨੈਸ਼ਨਲ ਲੈਵਲ ਦੀ ਮੈਂ ਪੋਲੀਟਿਕਸ ਦੇਖਦਾ, ਉਹਦੇ ਵਿੱਚ BJP ਨੇ ਪਿਛਲੇ 9 ਸਾਲਾਂ ਦੇ ਵਿੱਚ ਜਿਹੜੀ ਪੋਲੀਟਿਕਸ ਕੀਤੀ ਉਹ ਪੋਲਰਾਈਜੇਸ਼ਨ ਦੀ ਕੀਤੀ ਆ। ਦੇਖੋ, ਇਸ ਦੇਸ਼ ਨੂੰ ਤੁਸੀਂ ਪੋਲਰਾਈਜ਼ ਕਰਕੇ ਤੁਸੀਂ ਸ਼ਾਇਦ ਸੱਤਾ ਦੇ ਵਿੱਚ ਤਾਂ ਬਹੁਤਾ ਰਹਿ ਸਕਦੇ ਆ, ਪਰ ਸ਼ਾਇਦ ਇਸ ਦੇਸ਼ ਨੂੰ ਬਹੁਤਾ ਅੱਗੇ ਲੈ ਕੇ ਨਹੀਂ ਜਾ ਸਕਦੇ। ਸੋ ਇਸ ਦੇਸ਼ ਨੂੰ ਜੇ ਅੱਗੇ ਲੈ ਕੇ ਜਾਣਾ ਹੈਗਾ, ਸਾਨੂੰ ਪਹਿਲੀ ਗੱਲ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਤੁਰਨਾ ਪਊਗਾ। ਅੱਛਾ, ਸਾਨੂੰ ਤਾਂ ਗੁਰੂਆਂ ਨੇ ਫਿਲਾਸਫੀ ਇਹ ਦਿੱਤੀ ਹੈਗੀ ਆ, ਪਹਿਲਾਂ ਇਨਸਾਨੀਅਤ ਦੀ ਗੱਲ ਕੀਤੀ ਆ, ਬਾਅਦ 'ਚ ਧਰਮ ਦੀ ਗੱਲ ਹੋਈ ਆ। ਅੱਛਾ, ਪੰਜਾਬ ਦੇ ਵਿੱਚ ਤਾਂ ਕੋਈ ਇੱਦਾਂ ਦੀ ਗੱਲ ਬਹੁਤੀ ਹੁੰਦੀ ਨਹੀਂ ਹੈ ਇਸ ਐਂਗਲ ਨਾਲ। ਪਰ ਜਿਹੜੀ ਆ ਰਾਹੁਲ ਗਾਂਧੀ ਦੀ ਯਾਤਰਾ ਹੈਗੀ ਆ, ਇੱਕ ਗੱਲ ਤਾਂ ਵਿਕਰਮ ਜੀ, ਮੈਂ ਕੋਈ ਬਹੁਤ ਜ਼ਿਆਦਾ ਕਦੀ ਕਿਸੇ ਨੂੰ ਬਹੁਤ ਜ਼ਿਆਦਾ ਤਾਰੀਫ ਨਹੀਂ ਕਰਦਾ ਵੀ ਮੈਨੂੰ ਕਿਸੇ ਨੂੰ ਐਂ ਲੱਗੇ ਵੀ ਬੜੀ ਇਹ ਉਹ ਜੀ, ਕਿਉਂਕਿ ਲੀਡਰਾਂ ਦੀ ਨਾਰਮਲੀ ਚਮਚੀ ਲੋਕੀ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ। ਪਰ ਆਹ ਜਿਹੜਾ 3,500 ਕਿਲੋਮੀਟਰ, ਮੈਂ ਸਪੋਰਟਸ ਬੈਕਗਰਾਊਂਡ ਦਾ ਬੰਦਾ, ਪਰ ਇਹ ਦ੍ਰਿੜਤਾ ਤੋਂ ਬਿਨਾਂ ਨਹੀਂ ਹੋ ਸਕਦਾ। ਜਿਹੜੀ ਟੀ-ਸ਼ਰਟ, ਚਲੋ ਟੀ-ਸ਼ਰਟ ਵਾਲਾ ਇਸ਼ੂ ਬਹੁਤ, ਚਲੋ ਉਹ ਬੇਸਿਕਲੀ ਦੇਖੋ, ਜਿਹਨੂੰ ਠੰਡ ਲੱਗੂਗੀ ਕੱਪੜੇ ਪਾ ਲੂਗਾ। ਜੇ ਕਈ ਵਾਰੀ ਹਰ ਬੰਦੇ ਦਾ ਨਾ ਇੱਕ ਸਰੀਰ ਦਾ ਜੁੱਸਾ ਹੁੰਦਾ, ਤੇ ਉਹਨੂੰ ਕਈ ਵਾਰੀ ਕਿਸੇ ਨੂੰ ਠੰਡ ਘੱਟ ਲੱਗਦੀ ਆ। ਸਾਡੇ ਵੀ ਇੱਥੇ ਇੱਕ ਮੇਰਾ ਦੋਸਤ ਹੀ ਆ ਕੈਪਟਨ ਕੰਗ, ਉਹ ਵੀ ਲਗਭਗ ਸਾਰੀਆਂ ਸਰਦੀਆਂ 'ਚ ਹੀ ਨਿੱਕਰ 'ਚ ਹੀ ਹੁੰਦਾ। ਅੱਛਾ। ਤੇ ਉਹਨੂੰ ਮੈਂ ਕਈ ਵਾਰੀ ਪੁੱਛਦਾ ਹੁੰਦਾ ਵੀ ਯਾਰ ਠੰਡ ਨਹੀਂ ਲੱਗਦੀ? ਉਹ ਕਹਿੰਦਾ ਨਹੀਂ ਲੱਗਦੀ ਆ। ਅੱਛਾ, ਸੋ ਇਸ ਕਰਕੇ ਟੀ-ਸ਼ਰਟ ਦੀ ਅਲੱਗ ਗੱਲ ਹੈਗੀ ਆ। ਲੇਕਿਨ ਮੈਨੂੰ ਲੱਗਦਾ ਵੀ ਇਹ ਜਿਹੜਾ 3,500 ਕਿਲੋਮੀਟਰ ਆਲਮੋਸਟ ਇਹਨਾਂ ਨੇ 125 ਦਿਨ ਦੇ ਵਿੱਚ ਕਰ ਲਿਆ, ਉਹ ਇੱਕ ਦ੍ਰਿੜਤਾ ਦੀ ਨਿਸ਼ਾਨੀ ਆ। ਕਿਉਂਕਿ ਮੇਰੇ ਵਰਗਾ ਬੰਦਾ ਵੀ ਸ਼ਾਇਦ ਇੰਨਾ ਚਿਰ ਨਾ ਕਰ ਸਕੇ। ਚਲੋ 2, 4, 5, 7, 10 ਦਿਨ ਹੋ ਸਕਦਾ, ਪਰ ਇਹ ਜਿਹੜੀ ਆ, ਇਹ ਉਹਨਾਂ ਦੀ ਜਿਹੜੀ ਇੱਕ ਇਮੇਜ ਕ੍ਰੀਏਟ ਕੀਤੀ ਗਈ ਸੀ। ਬਾਕੀ ਜਿਹੜੀਆਂ ਪਾਰਟੀਆਂ, ਉਹਨਾਂ ਦੇ ਜਿਹੜੇ IT ਸੈੱਲਸ ਨੇ, ਉਹਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੀ ਇਮੇਜ ਆ, ਉਹ ਜ਼ਰੂਰ ਉਹਦੇ 'ਚ ਬਦਲਾਅ ਆਇਆ ਹੈਗਾ। ਜਿਹੜਾ ਸੋਸ਼ਲ ਮੀਡੀਆ ਤੇ ਜਾਂ BJP ਵੱਲੋਂ ਇੱਕ ਪਰਸੈਪਸ਼ਨ ਪੱਪੂ ਵਾਲੀ ਬਣਾਈ ਗਈ ਰਾਹੁਲ ਦੀ, ਤੁਹਾਨੂੰ ਲੱਗਦਾ ਹੈ ਕਿ ਇਸ ਭਾਰਤ ਜੋੜੋ ਯਾਤਰਾ ਦੇ ਨਾਲ ਬਦਲ ਜਾਏਗੀ? ਮੈਨੂੰ ਲੱਗਦਾ ਇਹਦੇ ਨਾਲ ਬਿਲਕੁਲ ਬਦਲੂਗੀ, ਕਿਉਂਕਿ ਇੰਨੀ ਦ੍ਰਿੜਤਾ। ਅੱਛਾ, ਫਿਰ ਦੇਖੋ, ਮੈਂ ਨਹੀਂ ਕਹਿੰਦਾ ਸਾਡੇ ਸਾਰਿਆਂ 'ਚ ਹੀ ਗਿਰਾਵਟ ਆਈ ਆ, ਪਰ ਡੈਮੋਕ੍ਰੇਸੀ ਦੇ ਚੌਥੇ ਪਿੱਲਰ ਦੇ ਵਿੱਚ ਵੀ ਗਿਰਾਵਟ ਬਹੁਤ ਆਈ ਆ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਵਿੱਚ ਚੰਗੇ ਪੱਤਰਕਾਰ ਬਹੁਤ ਚੰਗੇ ਆ, ਵਿੱਚ ਮੀਡੀਆ ਹਾਊਸਿਸ ਬਹੁਤ ਚੰਗੇ ਹੈਗੇ ਆ, ਪਰ ਬਹੁਤ ਘੱਟ ਰਹਿ ਗਏ। ਕਿਉਂਕਿ ਅਲਟੀਮੇਟਲੀ ਅਸੀਂ ਇਸ ਸੁਸਾਇਟੀ ਦੇ ਵਿੱਚ ਰਹਿਣਾ। ਕੱਲ੍ਹ ਨੂੰ ਹੋ ਸਕਦਾ ਵਿਕਰਮ ਕਿਸੇ ਹੋਰ ਪ੍ਰੋਫੈਸ਼ਨ 'ਚ ਚਲੇ ਜਾਵੇ, ਪ੍ਰਗਟ ਸਿੰਘ ਕਿਸੇ ਹੋਰ ਪ੍ਰੋਫੈਸ਼ਨ 'ਚ ਚਲੇ ਜਾਵੇ, ਬਟ ਐਟ ਦਾ ਸੇਮ ਟਾਈਮ ਸਾਨੂੰ ਆਪਣੀ ਜ਼ਿੰਮੇਵਾਰੀ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਇਹ ਪੱਤਰਕਾਰ ਲਈ ਵੀ ਬਹੁਤ ਟਫ ਟਾਈਮ ਆ, ਕਿਉਂਕਿ ਜਦੋਂ ਇੱਕ ਸਰਕਾਰ ਆਉਂਦੀ ਆ, ਜੇ 40-50 ਕਰੋੜ ਦਾ ਬਜਟ ਆ, ਤੇ ਉਹ 700 ਕਰੋੜ ਦਾ ਕਰ ਦਿੰਦੀ ਆ, ਤੇ ਫਿਰ ਪੱਤਰਕਾਰਾਂ ਦੀਆਂ, ਮੀਡੀਆ ਹਾਊਸਿਸ ਦੀਆਂ ਕਈ ਵਾਰੀ ਲਾਈਨਾਂ ਵੀ ਲੱਗ ਜਾਂਦੀਆਂ ਵੀ ਇਸ ਹੋੜ ਦੇ ਵਿੱਚ ਵੀ ਸਰਕਾਰ ਸਾਨੂੰ ਐਡ ਕਿੰਨੀ ਕੁ ਦਿੰਦੀ ਆ। ਬਟ ਐਟ ਦਾ ਸੇਮ ਟਾਈਮ ਜੇ ਐਥੀਕਲ ਅਸੀਂ ਉਹਦੇ ਤੋਂ ਗਵਾਚ ਗਏ ਨਾ, ਫਿਰ ਡੈਮੋਕ੍ਰੇਸੀ ਜਿਹੜੀ ਆ ਉਹ ਇਹ ਰਹਿਣੀ ਨਹੀਂ ਹੈ। ਡੈਮੋਕ੍ਰੇਸੀ ਦਾ ਇਹ, ਕਿਉਂਕਿ ਇਹ ਇੰਨਾ ਕੁ ਬਿਊਟੀਫੁਲੀ ਡਿਜ਼ਾਈਨਡ ਹੈ ਵੀ ਜੇ ਚਾਰੇ ਪਿੱਲਰ ਆਪਣੀ ਆਪਣੀ ਜਗ੍ਹਾ ਠੀਕ ਕੰਮ ਕਰਨਗੇ ਤੇ ਤਾਂ ਹੀ ਇਹਦਾ ਕੋਈ ਚਿਹਰਾ ਮੋਹਰਾ ਨਿਕਲਣਾ, ਨਹੀਂ ਤਾਂ ਨਹੀਂ ਨਿਕਲਣਾ। 2024 ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ, ਅਕਾਲੀ ਦਲ ਦਾ ਰਿਵਾਈਵਲ ਜ਼ਿਆਦਾ ਸੌਖਾ ਲੱਗਦਾ ਤੁਹਾਨੂੰ ਜਾਂ ਕਾਂਗਰਸ ਦਾ? ਇਹਨਾਂ ਦੋਨਾਂ ਦੇ ਵਿੱਚੋਂ ਕੀ ਲੱਗਦਾ? ਮੈਨੂੰ ਲੱਗਦਾ ਅਕਾਲੀ ਦਲ ਦਾ ਅੰਡਰ ਬਾਦਲ ਬ੍ਰਾਂਡ ਤਾਂ ਨਹੀਂ ਲੱਗਦਾ। ਰਿਐਲਿਟੀ ਇਹ ਆ, ਆਈ ਵਿਸ਼ ਕਿ ਮਤਲਬ ਇਹਨੂੰ ਠੀਕ ਕਰਨ, ਕਿਉਂਕਿ ਰੀਜਨਲ ਪਾਰਟੀ ਦਾ ਹੋਣਾ ਵੀ ਸੂਬੇ ਲਈ ਬਹੁਤ ਜ਼ਰੂਰੀ ਹੈ ਡੈਮੋਕ੍ਰੇਸੀ ਲਈ। ਲੇਕਿਨ ਕਾਂਗਰਸ ਦਾ ਮੈਨੂੰ ਰਿਵਾਈਵਲ ਦੀਦਾ ਹੈਗਾ,
ਮਤਲਬ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਰੀਜਨਲ ਪਾਰਟੀ ਜਿਹੜੀ ਹੈ, ਮੈਂ ਖੇਤਰੀ ਡੈਫੀਨੇਟਲੀ, ਕਿਉਂਕਿ ਦੇਖੋ ਡੈਮੋਕ੍ਰੇਸੀ ਦੀ ਬਿਊਟੀ ਇਹ ਆ ਵੀ ਜਿੰਨੀ ਓਪੋਜੀਸ਼ਨ ਸਟਰੋਂਗ ਹੋਊ ਉਨੀ ਹੀ ਸਰਕਾਰ ਚੰਗਾ ਕੰਮ ਕਰੂਗੀ। ਮੈਂ ਹਮੇਸ਼ਾ ਈਵਨ ਹਾਕੀ ਦੇ ਵਿੱਚ ਦੇਖਿਆ, ਜਦੋਂ ਕਿਤੇ ਮਾੜੀ ਟੀਮ ਆ ਜਾਂਦੀ ਹੈ ਨਾ, ਤੇ ਜਿਹੜੀ ਦੂਸਰੀ ਟੀਮ ਹੁੰਦੀ ਉਹ ਵੀ ਬਹੁਤ ਗਲਤੀਆਂ ਕਰਨ ਲੱਗ ਪੈਂਦੀ ਹੈ। ਉਹਨਾਂ ਨੂੰ ਐ ਲੱਗਦਾ ਵੀ ਯਾਰ ਇਹ ਤਾਂ ਕੁਝ ਨਹੀਂ ਹੈ। ਅੱਛਾ, ਇਹ ਬੇਸਿਕਲੀ ਜਿਹੜੀ ਹਿਊਮਨ ਸਾਈਕੀ ਆ ਨਾ, ਇਹਦੇ ਵਿੱਚੋਂ ਇਹ ਚੀਜ਼ਾਂ ਸਾਰੀਆਂ ਨਿਕਲਦੀਆਂ ਹੈਗੀਆਂ। ਅੱਛਾ, ਸਿਮਿਲਰਲੀ ਕਿਉਂਕਿ ਪੰਜਾਬ ਲਈ ਜਾਂ ਕਿਸੇ ਵੀ ਸੂਬੇ ਲਈ ਰੀਜਨਲ ਪਾਰਟੀ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਉਹਦੇ ਇੰਟਰਸਟ ਜਿਹੜੇ ਆ ਉਸ ਸੂਬੇ ਦੇ ਹੀ ਇੰਟਰਸਟ ਹੁੰਦੇ, ਉਹਦੇ ਕਿਤੇ ਹੋਰ ਇੰਟਰਸਟ ਨਹੀਂ ਹੁੰਦੇ। ਇਹ ਤਾਂ ਠੀਕ ਆ, ਸੁਖਬੀਰ ਹੋਣੀ ਇਹਦਾ ਚਿਹਰਾ ਮੋਹਰਾ ਜਾਂ ਡਿਫਰੈਂਟ ਕਰ ਲਿਆ, ਸੋ ਇਹ ਇੱਕ ਰੀਜਨਲ ਪਾਰਟੀ ਨਾ ਹੋ ਕੇ ਹਰਿਆਣੇ 'ਚ ਚਲੇ ਜਾਣਾ, ਫਿਰ ਯੂਪੀ 'ਚ ਚਲੇ ਜਾਣਾ, ਫਿਰ ਮਤਲਬ ਇੱਦਾਂ ਦੀਆਂ ਗੱਲਾਂ ਕਰਨ ਲੱਗ ਪੈਣਾ, ਫਿਰ ਸਾਡਾ ਜਿਹੜਾ ਧਾਰਮਿਕ ਐਂਗਲ ਆ ਉਹਨੂੰ ਕਮਜ਼ੋਰ ਕਰ ਲੈਣਾ, ਉਹਦੇ 'ਤੇ ਫੈਸਲੇ ਥੋਪਣ ਲੱਗ ਪੈਣੇ। ਸੋ ਬਹੁਤ ਇੱਦਾਂ ਦੀਆਂ ਗਲਤੀਆਂ ਹੋਈਆਂ ਜਿਹਦੇ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ। ਸੋ ਆਈ ਵਿਸ਼ ਕਿ ਉਹ ਠੀਕ ਕਰਨ। ਮੈਂ ਕੁਛ ਉਹਦੇ 'ਚ ਕਰ ਤਾਂ ਨਹੀਂ ਸਕਦਾ, ਬਟ ਕਿਉਂਕਿ ਹੁੰਦਾ ਇਹ ਹੈ ਕਿ ਯਾਰ ਚੰਗੀਆਂ ਟੀਮਾਂ ਹੋਣ, ਉਹਦੇ ਵਿੱਚੋਂ ਫਿਰ ਜਿੱਤ ਕੇ ਨਿਖਰ ਕੇ ਫਿਰ ਪੰਜਾਬ ਲਈ ਨਿਖਾਰਾ ਆਵੇ। ਗੱਲ ਤਾਂ ਇੰਨੀ ਆ। ਪਰ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਗਵਰਨਮੈਂਟ ਨੂੰ ਕਿੰਨਾ ਕਿ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਹਾਲਾਂਕਿ ਟੂ ਅਰਲੀ ਆ ਅਜੇ ਕੁਝ ਵੀ ਜਜਮੈਂਟ ਦੇਣਾ ਜਾਂ ਕੁਝ ਵੀ ਕਹਿਣਾ ਇਹਦੇ 'ਤੇ, ਪਰ ਜਿਸ ਫਲੋ ਨਾਲ ਸਿਸਟਮ ਚੱਲ ਰਿਹਾ ਉਸ ਹਿਸਾਬ ਨਾਲ ਕਿਵੇਂ ਦੇਖਦੇ ਹੋ ਤੁਸੀਂ? ਔਰ 2024 ਬਹੁਤ ਕੋਈ ਜ਼ਿਆਦਾ ਸਮਾਂ ਨਹੀਂ, ਹੁਣ ਤੋਂ ਹੀ ਤਿਆਰੀਆਂ ਵੈਸੇ ਸ਼ੁਰੂ ਹੋ ਜਾਣੀਆਂ ਆਉਣ ਵਾਲੇ ਦਿਨਾਂ? ਦੇਖੋ, ਮੈਂ ਇਹਨਾਂ ਨੂੰ ਕੋਈ ਬਹੁਤ ਜ਼ਿਆਦਾ ਕੋਈ ਪੋਜ਼ੀਟਿਵ ਸਾਈਡ ਨਾਲ ਨਹੀਂ ਦੇਖਦਾ, ਕਿਉਂਕਿ ਇਹਨਾਂ ਦੀ ਜਿਹੜੀ ਵਰਕਿੰਗ ਹੈ, ਮੰਨ ਲਓ ਜਿੱਦਾਂ ਚਲੋ ਮੈਂ ਕਿਉਂਕਿ ਇਹਨਾਂ ਦਾ ਪਤਾ ਨਹੀਂ ਕੰਟਰੋਲ ਕਿੱਥੋਂ ਕਹੇਗਾ, ਇੱਦਾਂ ਲੱਗਦਾ ਪਰਸੈਪਸ਼ਨ ਇੱਦਾਂ ਦੀ ਆ ਵੀ ਸਟੀਅਰਿੰਗ ਭਗਵੰਤ ਮਾਨ ਕੋਲ ਆ, ਰੇਸ ਤੇ ਬ੍ਰੇਕ ਤੇ ਪੈਰ ਕੋਈ ਹੋਰ ਰੱਖਣ ਡਿਆ ਆ। ਕਿਉਂਕਿ ਇਹ ਨਾ ਬੇਸਿਕਲੀ ਜਿਹੜੀ ਦੇਖੋ ਮੇਨ ਤਾਂ ਰੈਵਨਿਊ ਆ, ਤੁਹਾਡੇ ਕੋਲ ਪੈਸੇ ਆਉਂਦੇ ਕਿੱਥੋਂ ਤੇ ਤੁਸੀਂ ਖਰਚਦੇ ਕਿੱਦਾਂ। ਬਾਕੀ ਸਾਰੀਆਂ ਐਡਮਿਨਿਸਟ੍ਰੇਟਿਵ, ਕਿਉਂਕਿ ਰੈਵਨਿਊ ਵਧਾਉਣ ਦੀ ਗੱਲ ਐਕਸਾਈਜ਼ ਤੋਂ ਹੋ ਸਕਦੀ ਆ, ਉਹ ਹੋਈ ਨਹੀਂ। ਰੇਤਾ ਤੋਂ ਇਹ ਕਹਿੰਦੇ ਸੀ ਅਸੀਂ ਇੰਨਾ ਕਰ ਲਾਂਗੇ, ਉਹ ਹੋਈ ਨਹੀਂ। ਕਰਪਸ਼ਨ ਵਾਲੇ ਪਾਸੇ ਨੂੰ ਯੈਸ ਇਹਨਾਂ ਨੇ ਕੇਸ ਕੂਸ ਕਈ ਰਜਿਸਟਰਡ ਵੀ ਕੀਤੇ ਹੈਗੇ ਆ, ਕਈ ਪੁਰਾਣੇ ਵੀ ਖੋਲ੍ਹੇ ਹੈਗੇ ਆ। ਉਹਦੇ ਵਿੱਚ ਸੁਹਿਰਦਤਾ ਨਾਲ ਮੈਨੂੰ ਲੱਗਦਾ ਅੱਗੇ ਵਧਣ ਦੀ ਜ਼ਰੂਰਤ ਹੈ। ਇਹਨਾਂ ਕਈ ਸਾਥੀ ਚੱਕ ਲਏ ਨਹੀਂ, ਕੋਈ ਗੱਲ ਨਹੀਂ। ਜੇ ਕੋਈ ਦੇਖੋ, ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈਗੀ ਆ ਜਾਂ ਜੇ ਕਿਤੇ ਲੱਗਦਾ ਹੈਗਾ ਵੀ ਗਲਤੀ ਇਹ ਹੈਗੀ ਆ, ਪਰ ਕਈ ਵਾਰੀ ਇੱਦਾਂ ਹੁੰਦਾ ਵਿਕਰਮ, ਮੈਨੂੰ ਅੱਜ ਵੀ ਇਹ ਲੱਗਦਾ ਕਿ ਬਿਊਰੋਕਰੈਟ ਉਸ ਮਹਿਕਮੇ ਦਾ, ਮੰਨ ਲਓ ਕਿਸੇ ਮਹਿਕਮੇ ਦਾ ਮੈਂ ਮਿਨਿਸਟਰ ਹਾਂ, ਜੇ ਮੇਰੇ ਸੈਕਟਰੀ ਨੇ ਡਿਫਰੈਂਟ ਓਪੀਨੀਅਨ ਦਿੱਤੀ ਆ, ਮੈਂ ਡਿਫਰੈਂਟ ਓਪੀਨੀਅਨ ਦਿੱਤੀ ਆ, ਫਿਰ ਵੀ ਮੇਰੇ ਸੈਕਟਰੀ ਦਾ ਫਰਜ਼ ਬਣਦਾ ਕਿ ਉਹ ਫਾਈਲ ਜਿਹੜੀ ਆ ਚੀਫ ਮਿਨਿਸਟਰ ਕੋਲ ਜਾਵੇ ਤੇ ਚੀਫ ਮਿਨਿਸਟਰ ਕੋਲ ਉਹਦਾ ਡਿਸੀਜਨ ਕਰਾਵੇ। ਨਹੀਂ ਤਾਂ ਜਿੰਨਾ ਇੱਕ ਮਿਨਿਸਟਰ ਦਾ ਰੋਲ ਆ, ਉਨਾ ਹੀ ਉਹਦੇ ਸੈਕਟਰੀ ਦਾ ਰੋਲ ਵੀ ਹੈਗਾ ਤੇ ਉਨਾ ਉਹਦੇ ਡਾਇਰੈਕਟਰ ਦਾ ਰੋਲ ਵੀ ਹੈਗਾ। ਤੁਹਾਡੇ ਭਾਰਤ ਭੂਸ਼ਣ ਆਸ਼ੂ ਸਾਥੀ ਮੰਤਰੀ ਰਹੇ, ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਕਾਂਗਰਸ ਧਰਨਾ ਲਾਉਂਦੀ ਹੈ। ਇਸ ਚੀਜ਼ ਨੂੰ ਕਿਵੇਂ ਕਹਿੰਦੇ ਕਿ ਇਹ ਨਹੀਂ ਕਰਨਾ ਚਾਹੀਦਾ ਸੀ, ਜਾਂ ਠੀਕ ਮੰਨਦੇ ਹੋ ਤੁਸੀਂ ਵੀ ਜੇ ਗਲਤ ਉਹਨਾਂ ਦੇ ਨਾਲ ਹੋ ਰਿਹਾ ਸੀ ਤਾਂ ਇਸ ਕਰਕੇ ਕਾਂਗਰਸ ਗਈ? ਨਹੀਂ, ਮੈਂ ਜਿਹੜੀ ਹੋਰ ਐਂਗਲ ਨਾਲ ਗੱਲ ਕਰ ਰਿਹਾ, ਮੈਂ ਬਾਕੀਆਂ ਦੀ ਵੀ ਗੱਲ ਕਰ ਰਿਹਾ ਵੀ ਮੰਨ ਲਓ ਇੱਕ ਗਵਰਨਮੈਂਟ ਦਾ ਇੱਕ ਰੂਲ ਆਫ ਬਿਜ਼ਨਸ ਹੈਗਾ ਜਿਹਦੇ ਵਿੱਚ ਮਿਨਿਸਟਰ ਡਾਇਰੈਕਟਰ ਤੋਂ ਫਾਈਲ ਜਾਂਦੀ ਆ। ਨਹੀਂ ਦੇਖੋ, ਮੈਂ ਉਹਨੂੰ ਇੱਕ ਡਿਫਰੈਂਟ ਲੈਵਲ ਦੀ ਗੱਲ ਕਰਦਾ। ਮੈਂ ਨਾਟ ਓਨਲੀ ਕਿ ਆਸ਼ੂ ਵਾਲੀ ਗੱਲ, ਮੈਂ ਤਾਂ ਕਹਿੰਦਾ ਕਿ ਇੱਕ ਮਿਨਿਸਟਰ, ਡਾਇਰੈਕਟਰ, ਸੈਕਟਰੀ ਤੇ ਮਿਨਿਸਟਰ, ਜੇ ਇਹਨਾਂ ਦੀ ਕਿਤੇ ਡਿਫਰੈਂਸ ਆਫ ਓਪੀਨੀਅਨ ਹੈ ਤੇ ਫਾਈਲ ਜਿਹੜੀ ਆ ਉਹ ਚੀਫ ਸੈਕਟਰੀ ਦੇ ਥਰੂ ਚੀਫ ਮਿਨਿਸਟਰ ਕੋਲ ਜਾਣੀ ਚਾਹੀਦੀ ਆ। ਫਿਰ ਜੇ ਮਿਨਿਸਟਰ ਇਨਵੋਲਵ ਆ ਤੇ ਫਿਰ ਸੈਕਟਰੀ ਕਿਉਂ ਨਹੀਂ ਇਨਵੋਲਵ? ਤੇ ਜੇ ਸੈਕਟਰੀ ਇਨਵੋਲਵ ਆ ਤੇ ਫਿਰ ਡਾਇਰੈਕਟਰ ਕਿਉਂ ਨਹੀਂ ਇਨਵੋਲਵ? ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਕਰਪਸ਼ਨ, ਕਿਉਂਕਿ ਇਹਦਾ ਮਤਲਬ ਇਹ ਹੋਇਆ ਕਿ ਇਕੱਲੇ ਮਿਨਿਸਟਰ ਨੇ ਸਾਰਾ ਕੁਝ ਕਰ ਦਿੱਤਾ। ਮੈਂ ਪੋਲੀਟੀਕਲ ਬੰਦਿਆਂ ਨੂੰ ਇਹਦੇ ਚੋਂ ਬੇਲ ਆਊਟ ਨਹੀਂ ਕਰਦਾ, ਲੇਕਿਨ ਜਦੋਂ ਸਿਸਟਮ ਦੀ ਮੈਂ ਗੱਲ ਕਰਦਾ, ਮੰਨ ਲਓ ਇੱਕ ਉਹ ਭਲਵਾਨ ਸੀ ਨਾ ਪਿਛਲੀ ਵਾਰੀ ਅਕਾਲੀ ਦਲ ਦੇ ਸਮੇਂ, ਜਿਹੜਾ ਐਕਸ਼ਨ ਸੀਗਾ, ਜਿਹੜਾ 1200 ਕਰੋੜ ਦਾ ਜਿਹਦੇ ਤੇ ਪਰਚਾ ਦਰਜ ਹੋਇਆ ਸੀ। ਜਦ ਇੱਕ ਬੰਦੇ ਤੇ 1200 ਕਰੋੜ ਰੁਪਈਆ ਖਾ ਗਿਆ ਤੇ ਫਿਰ ਸਾਡਾ ਸਿਸਟਮ ਕਿੱਥੇ ਬੈਠਾ ਆ? ਉਹਦਾ ਸੈਕਟਰੀ, ਉਹਦਾ ਡਾਇਰੈਕਟਰ, ਉਹਦਾ ਥੱਲੇ, ਉਹਦਾ ਉੱਪਰ, ਉਹ ਫਿਰ ਕਿੱਥੇ ਆ? ਕਿਉਂਕਿ ਜਦੋਂ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਜੇ ਤਾਂ ਸਿਸਟਮ ਨੂੰ ਕਲੀਨ ਕਰਨਾ, ਫਿਰ ਲੈ ਲਓ ਯਾਰ ਜਿਹੜਾ ਵੀ ਵਿੱਚ ਆਉਂਦਾ ਹੈਗਾ, ਫਿਰ ਉਹਨੂੰ ਲਿਆਓ ਲੀਗਲ ਉਹਦੇ ਤੇ।
ਪਰ ਜੇ ਸਪੋਜ਼ ਉਹਦੇ ਤੋਂ ਫਿਰ ਕਦੀ ਕਦੀ ਐਂ ਲੱਗਦਾ ਵੀ ਇਹ ਸਿਰਫ ਤੇ ਸਿਰਫ ਵੈਂਡੇਟਾ। ਸਾਬਕਾ ਸੀਐਮ ਦੀ ਵੀ ਜਾਂਚ ਖੁੱਲ ਗਈ ਹੈ। ਨਹੀਂ ਚਲੋ ਜਿਹਦੀ ਵੀ ਖੁੱਲ ਜਾਵੇ ਸਰਾਰੀ ਦੀ ਵੀ ਖੁੱਲੀ ਸੀ। ਇੱਦਾਂ ਤਾਂ ਫਿਰ ਇਹਨਾਂ ਦਾ ਜਿਹੜਾ ਸਿੰਗਲਾ ਸੀ ਡਾਕਟਰ ਸਿੰਗਲਾ, ਉਹਦੇ ਤਾਂ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀ ਵੀ ਮੇਰੇ ਕੋਲ ਤਾਂ ਇਹਦੀ ਆਡੀਓ ਵੀ ਹੈਗੀ ਆ। ਫਿਰ ਉਹ ਕਿੱਥੇ ਚਲੀ ਗਈ ਆਡੀਓ? ਕਿਉਂਕਿ ਉਹ ਤਾਂ ਸਿਰਫ ਇੱਕ ਉੱਥੇ ਸੰਗਰੂਰ ਲਈ ਪਰਸੈਪਸ਼ਨ ਕ੍ਰੀਏਟ ਕਰਨ ਲਈ, ਕਿਉਂਕਿ ਇਹ ਕਈ ਚੀਜ਼ਾਂ ਡਿਜ਼ਾਈਨਡ ਕੀਤੀਆਂ ਹੋਈਆਂ ਕਰਦੇ ਆ, ਤੇ ਜਦ ਕਿ ਹੁਣ ਇਹਨਾਂ ਦੀਆਂ ਡਿਜ਼ਾਈਨ ਕੀਤੀਆਂ ਹੋਈਆਂ ਚੀਜ਼ਾਂ ਦਾ ਪਤਾ ਲੱਗਣ ਲੱਗ ਪੈਂਦਾ ਵੀ ਹਾਂ ਵੀ ਇਹ ਆਹ ਕਰਨਗੇ, ਹੁਣ ਆਹ ਕਰਨਗੇ। ਅੱਛਾ, ਜੇ ਇਸ ਸਪੋਰਟਸ ਦੇ ਵਿੱਚ ਪਹਿਲਾਂ ਹੀ ਮੂਵ ਪਤਾ ਲੱਗ ਜਾਵੇ, ਉਹ ਤਾਂ ਫਿਰ ਬੰਦੇ ਉੱਥੇ ਜਾ ਕੇ ਖੜੀ ਜਾਂਦੇ ਆ ਵੀ ਠੀਕ ਆ ਜਾ। ਚਲੋ ਇਹ ਦੱਸੋ ਕਿ ਭਾਰਤ ਜੋੜੋ ਯਾਤਰਾ ਦੇ ਨਾਲ ਪੰਜਾਬ ਦੇ ਵਿੱਚ ਕਿੰਨਾ ਕੁ ਬੈਨੀਫਿਟ ਹੋਣ ਜਾ ਰਿਹਾ? ਦੇਖੋ, ਲੋਕਾਂ 'ਚ ਉਤਸ਼ਾਹ ਹੈਗਾ। ਮੇਰੀ ਡਿਊਟੀ ਹੁਸ਼ਿਆਰਪੁਰ ਸੀਗੀ 7 ਕੌਂਸਟੀਚੁਐਂਸੀਜ਼ ਦੇ ਵਿੱਚ, ਤੇ ਚਲੋ ਮੈਂ ਡੇ 4 ਦੇ ਵਿੱਚ ਵੀ ਇੱਥੇ ਰੂਟ ਦਾ ਪੂਰਾ ਹੈਗਾ, ਲੇਕਿਨ ਮੈਨੂੰ ਲੱਗਦਾ ਲੋਕਾਂ 'ਚ ਉਤਸ਼ਾਹ ਹੈਗਾ। ਕਿਉਂਕਿ ਇੱਕ ਤਾਂ ਜਿਹੜੀ ਪਰਸੈਪਸ਼ਨ, ਕਿਉਂਕਿ ਦੇਖੋ ਬੜੀ ਕਲੀਅਰ ਆ, ਕਈ ਵਾਰੀ ਕਈ ਬੰਦੇ ਕਹਿੰਦੇ ਆ ਜੀ ਫੋਟੋ ਲਾ ਦਿਓ ਜੀ, ਫਲਾਣੇ ਦੀ ਲਾ ਦਿਓ ਜੀ, ਧਮਕੜੇ ਦੀ ਲਾ ਦਿਓ। ਮੈਂ ਕਿਹਾ ਯਾਰ ਇਹ ਬੇਸਿਕਲੀ ਇੱਕ ਬੰਦੇ ਦੀ ਇਮੇਜ ਨੂੰ ਕਾਂਗਰਸ ਲਈ ਜਾਂ ਪੰਜਾਬ ਲਈ ਜਾਂ ਹਿੰਦੁਸਤਾਨ ਲਈ ਉਭਾਰਨ ਦੀ ਗੱਲ ਆ। ਜੇ ਤਾਂ ਇਹ ਉੱਭਰ ਗਈ ਫਿਰ ਤਾਂ ਪਾਰਟੀ ਵੀ ਇੱਕ ਡਿਫਰੈਂਟ ਲੈਵਲ ਤੇ ਆ ਜਾਊਗੀ। ਜੇ ਨਾ ਉੱਭਰੀ, ਠੀਕ ਹੈ ਨਾ, ਤਾਂ ਫਿਰ ਭਾਵੇਂ ਜਿਹਦੀ ਮਰਜ਼ੀ ਫੋਟੋ ਲਾ ਦਿਓ, ਫਿਰ ਉਹਦਾ ਕੋਈ ਬਹੁਤਾ ਲੰਮਾ ਚੌੜਾ ਫਰਕ ਨਹੀਂ ਪੈਂਦਾ। ਸੋ ਮੈਨੂੰ ਲੱਗਦਾ ਇੱਕ ਤਾਂ ਰਾਹੁਲ ਗਾਂਧੀ ਦੀ ਦ੍ਰਿੜਤਾ ਇਹਦੇ ਵਿੱਚੋਂ ਉੱਭਰੀ ਆ ਵੀ ਜਿੱਦਾਂ ਕਿਹਾ ਵੀ 3,500 ਕਿਲੋਮੀਟਰ ਜਾਂ 4,000 ਕਿਲੋਮੀਟਰ ਜਦੋਂ ਇਹਨੀ JNK 'ਚ ਪਹੁੰਚਣਾ ਤੇ 4,000 ਕਿਲੋਮੀਟਰ ਹੋ ਜਾਣਾ। ਤੇ ਔਰ ਇਹ ਜਿਹੜੀਆਂ ਉੱਥੋਂ ਸਾਰੇ ਨਾਲ ਇੰਟਰੈਕਟ ਕਰਨਾ, ਇੰਨੀਆਂ ਪ੍ਰੈਸ ਕਾਨਫਰੰਸਿਸ ਕਰਨੀਆਂ, ਫਿਰ ਅਲੱਗ-ਅਲੱਗ ਸਫੀਅਰ ਦੇ ਲੋਕਾਂ ਦਾ ਉਹਦੇ ਵਿੱਚ ਸ਼ਮੂਲੀਅਤ ਕਰਨਾ, ਕਿਉਂਕਿ ਇਹ ਸਿਰਫ ਕਾਂਗਰਸ ਦੀ ਨਹੀਂ ਹੈਗੀ, ਇਹ ਬਾਕੀ ਲੋਕ ਵੀ ਆ ਰਹੇ ਆ। ਮੈਂ ਹੁਣ ਕਈ ਬੰਦੇ ਜਿੱਦਾਂ ਕਈਆਂ ਨੇ ਮੈਨੂੰ ਵੀ ਟਾਈ ਅਪ ਕੀਤਾ ਵੀ ਅਸੀਂ ਵੀ ਜਾਣਾ ਚਾਹੁੰਦੇ, ਅਸੀਂ ਵੀ ਨਾਲ ਤੁਰਨਾ ਚਾਹੁੰਦੇ। ਮੈਂ ਕਿਹਾ ਜ਼ਰੂਰ ਤੁਰੋ। ਮੈਂ ਕਿਹਾ ਤੁਸੀਂ ਕਾਂਗਰਸ ਹੀ ਨਹੀਂ ਆ। ਉਹ ਕਹਿੰਦੇ ਅਸੀਂ ਐਜ਼ ਏ ਕਾਂਗਰਸ ਹੀ ਨਹੀਂ ਆ ਰਹੇ, ਪਰ ਅਸੀਂ ਐਜ਼ ਏ ਕੰਟਰੀ ਤਾਂ ਐਜ਼ ਏ ਸੁਸਾਇਟੀ ਤਾਂ ਅਸੀਂ ਇਹਦਾ ਹਿੱਸਾ ਬਣ ਸਕਦੇ ਹਾਂ। ਜਿੱਦਾਂ ਆਪਣੇ ਧਰਮਵੀਰ ਗਾਂਧੀ ਹੋਣੀ ਹੈਗੇ ਆ, ਮਤਲਬ ਉਹ ਕਾਂਗਰਸੀ ਨਹੀਂ ਹੈਗੇ, ਲੇਕਿਨ ਉਹਨਾਂ ਨੇ ਉੱਥੇ ਕੰਨਿਆ ਕੁਮਾਰੀ ਵੀ ਗਏ ਸੀ, ਹੁਣ ਪੰਜਾਬ ਦੇ ਵਿੱਚ ਵੀ ਸ਼ਮੂਲੀਅਤ ਕਰਨਗੇ। ਸੋ ਇੱਦਾਂ ਦੇ ਬੰਦੇ ਜਦੋਂ ਆ ਰਹੇ ਆ, ਇਹਦਾ ਮਤਲਬ ਸਾਡੀ ਜਮਹੂਰੀਅਤ ਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਸੀ, ਜਿਹੜੀ ਰਾਹੁਲ ਗਾਂਧੀ ਨੇ ਇਨੀਸ਼ੀਏਟਿਵ ਲੈ ਕੇ ਤਾਂ ਉਹਦੇ 'ਤੇ ਅੱਗੇ ਕਾਰਵਾਈ ਜਿਹੜੀ ਹੋਈ ਹੈ। ਠੀਕ ਹੈ ਪ੍ਰਗਟ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਥੈਂਕ ਯੂ ਵਿਕਰਮ ਜੀ। ਸਰਦਾਰ ਪ੍ਰਗਟ ਸਿੰਘ ਸਾਡੇ ਨਾਲ ਸਨ, ਜਲੰਧਰ ਕੈਂਟ ਤੋਂ ਵਿਧਾਇਕ ਨੇ, ਔਰ तमाम ਚੀਜ਼ਾਂ ਨੂੰ ਲੈ ਕੇ ਚਰਚਾ ਹੋਈ ਹੈ। ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਵੀ ਨਹੀਂ, ਔਰ ਕਹਿੰਦੇ ਅਜੇ ਪਰਸੈਪਸ਼ਨ ਜਿਹੜੀ ਹੈ ਇੰਨੀ ਜਲਦੀ ਨਹੀਂ ਬਣਾਉਣੀ ਚਾਹੀਦੀ, ਪਰ ਕਹਿੰਦੇ ਜਿਹੜਾ ਟਰੈਕ ਆ ਉਹ ਠੀਕ ਨਹੀਂ ਲੱਗ ਰਿਹਾ, ਇਸ ਤਰ੍ਹਾਂ ਦੀ ਗੱਲ ਹੈ। ਔਰ ਨਾਲ ਹੀ ਬਹੁਤ ਸਾਰੀਆਂ ਹੋਰ ਚੀਜ਼ਾਂ ਨੂੰ ਲੈ ਕੇ, ਖਾਸ ਤੌਰ ਤੇ ਕਾਂਗਰਸ ਦਾ ਰਿਵਾਈਵਲ ਕਹਿੰਦੇ ਹੁੰਦਾ ਲੱਗ ਰਿਹਾ, ਪਰ ਉੱਥੇ ਹੀ ਅਕਾਲੀ ਦਲ ਦਾ ਵੀ ਰਿਵਾਈਵਲ ਹੋਣਾ ਚਾਹੀਦਾ, ਕਿਉਂਕਿ ਖੇਤਰੀ ਪਾਰਟੀ ਸਟਰੋਂਗ ਹੋਏਗੀ ਤਾਂ ਇਸ ਦਾ ਬੈਨੀਫਿਟ ਪੂਰੇ ਸੂਬੇ ਨੂੰ ਹੋਏਗਾ, ਇਹ ਵੀ ਗੱਲ ਕਹੀ ਹੈ। ਤੇ ਨਾਲ ਹੀ तमाम ਚੀਜ਼ਾਂ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਰਿਹਾ ਹੈ ਕਿ ਕਾਂਗਰਸ ਸਟਰੋਂਗ ਹੋਏਗੀ।